ਬਿਗਨ ਬਿਘਨਨ ਬਿਘਨਨ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਨਮੋ ਕਰ ਸ੍ਰੀ ਹਰਿ ਕ੍ਰਿਸ਼ਨ ਤੇਗ ਬਹਾਦਰ ਪਰਮ ਵਾਹਿਗੁਰੂ ਪਰਮ ਸ਼੍ਰੀ ਗੁਰੂ ਗੋਬਿੰਦ ਸਿੰਘ ਤਰੋਂ ਤਰਾ ਪਰ ਪੁੰਨ ਪੁੰਨ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਚਰਨ ਕਮਲ ਸਤਿਗੁਰੂ ਕੇ ਸੁਖ ਕੋ ਸਦਨ ਪਛਾਨ। ਬਸ ਹੈ ਸਦਾ ਮਨ ਸਥਿਰ ਹੋਵੈ ਲਹ ਹੈ ਪਰਮ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਵਡਭਾਗੀ ਹੋ ਕਿ ਨਿਤਾ ਪ੍ਰਤੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸਤਿਗੁਰੂ ਨੌਵੇਂ ਪਾਤਸ਼ਾਹ ਤਿਲਕ ਜੰਝੂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ 'ਤੇ ਜੁੜ ਕੇ ਗੁਰੂ ਕੀ ਅੰਮ੍ਰਿਤਮਈ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਅੰਮ੍ਰਿਤਮਈ ਇਤਿਹਾਸ ਦੀ ਕਥਾ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਸਰਵਣ ਕਰ ਰਹੇ ਹੋ। ਜਗਤ ਗੁਰੂ ਗੁਰੂ ਨਾਨਕ ਸਾਹਿਬ ਇੱਕ ਵਣਜਾਰਿਆਂ ਦੇ ਨਗਰ ਵਿੱਚ ਗਏ ਨੇ, ਜਿੱਥੇ ਵਣਜਾਰਿਆਂ ਦੇ ਸਰਦਾਰ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਤੇ ਬੜੀਆਂ ਖੁਸ਼ੀਆਂ ਮਨਾਈਆਂ ਜਾ ਰਹੀਆਂ। ਸਤਿਗੁਰੂ ਜੀ ਬਾਹਰ ਉਤਰੇ ਨੇ, ਬੜੀ ਰੌਣਕ ਲੱਗੀ ਹੋਈ। ਕਿਸੇ ਨੇ ਆਣ ਕੇ ਸਤਿਗੁਰਾਂ ਦੀ ਖਬਰ ਨਹੀਂ ਪੁੱਛੀ, ਕੋਈ ਜਲ ਪਾਣੀ ਲੰਗਰ ਪ੍ਰਸ਼ਾਦੇ ਦੀ ਸੇਵਾ ਨਹੀਂ ਕੀਤੀ। ਮਰਦਾਨਾ ਕਹਿੰਦਾ, ਮਹਾਰਾਜ ਕਿੱਦਾਂ ਦੇ ਲੋਕ ਨੇ ਕਿ ਇਹਨਾਂ ਦੇ ਨਗਰ ਵਿੱਚ ਆਏ ਹਾਂ ਤੇ ਆਪਣੀ ਖੁਸ਼ੀ ਵਿੱਚ ਮਸਤ ਤੇ ਵਿਅਸਤ ਨੇ, ਇਹ ਆਪਣੇ ਤੱਕ ਪਹੁੰਚੇ ਨਹੀਂ। ਮਹਾਰਾਜ ਜੀ ਕਹਿੰਦੇ, ਮਰਦਾਨਿਆਂ ਇਹਨਾਂ ਦੇ ਘਰ ਪੁੱਤਰ ਨੇ ਜਨਮ ਲਿਆ ਤੇ ਉਹ ਲੇਖਾ ਲੈਣ ਆਇਆ ਇਹਨਾਂ ਤੋਂ। ਹੁਣ ਇਹ ਹੱਸ ਰਹੇ ਨੇ, ਖੁਸ਼ੀਆਂ ਮਨਾ ਰਹੇ ਨੇ, ਪਰ ਸਵੇਰੇ ਉਸ ਬੱਚੇ ਨੇ ਚਲਾਣੇ ਕਰ ਜਾਣਾ ਤੇ ਇੱਥੇ ਹੀ ਚੇਖ ਝਿਆੜਾ ਪਿਆ ਹੋਵੇਗਾ।
ਗੁਰੂ ਬਾਬਾ ਜੀ ਨੇ ਕੋਈ ਇਹ ਸਰਾਪ ਨਹੀਂ ਸੀ ਦਿੱਤਾ ਇਹਨਾਂ ਨੂੰ, ਜਿਹੜਾ ਅੱਗੇ ਆਉਣ ਵਾਲੇ ਸਮੇਂ 'ਚ ਵਰਤਾਰਾ ਵਰਤਣਾ ਸੀ ਉਹ ਦੱਸਿਆ। ਅਗਲੇ ਦਿਨ ਜਦੋਂ ਇਹੀ ਖੇਡ ਵਰਤ ਗਈ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ, ਮਹਾਰਾਜ ਜੀ ਨੇ ਇਹਨਾਂ ਨੂੰ ਉਸ ਵਕਤ ਉਪਦੇਸ਼ ਦੇ ਕੇ ਕਿਰਤਾਰਥ ਕੀਤਾ। ਪਾਵਨ ਸ਼ਬਦ ਸ੍ਰੀ ਰਾਗ ਦੇ ਵਿੱਚ ਪਾਤਸ਼ਾਹ ਨੇ ਉਚਾਰਿਆ, ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ। ਇਹ ਸ਼ਬਦ 4 ਪਹਿਰਾਂ ਦੁਆਰਾ ਉਪਦੇਸ਼ ਦੇ ਕੇ ਨਿਵਾਜਿਆ। ਮਨੁੱਖੀ ਜ਼ਿੰਦਗੀ ਨੂੰ ਮਹਾਰਾਜ ਜੀ ਨੇ 4 ਪਹਿਰਾਂ ਵਿੱਚ ਵੰਡਿਆ। ਪਹਿਲਾ ਪਹਿਰ, ਦੂਜਾ ਪਹਿਰ, ਤੀਜਾ ਤੇ ਚੌਥਾ। ਇੱਥੋਂ ਗਰੀਬ ਨਵਾਜ ਪਾਤਸ਼ਾਹ ਜੀ ਅੱਗੇ ਵਧੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਜੀ ਦੀ ਪਵਿੱਤਰ ਕਥਾ ਸਰਵਣ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ। ਸਰੀਰ ਕਰਕੇ ਹਾਜ਼ਰ ਹੋਏ ਹੋ, ਮਨ ਕਰਕੇ ਹਾਜ਼ਰ ਹੋਵੋ। ਮਨ ਗੁਰੂ ਚਰਨਾਂ ਵਿੱਚ ਜੋੜਦੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ। ਦੋਹਰਾ ਚਰਨ ਕਮਲ ਸਤਿਗੁਰੂ ਕੇ ਸੁਖ ਕੋ ਸਦਨ ਪਛਾਨ। ਸਤਿਗੁਰੂ ਜੀ ਦੇ ਚਰਨ ਕਮਲ ਸੁੱਖ ਦਾ ਘਰ ਹਨ। ਸੁੱਖ ਕੋ ਸਦਨ, ਸਦਨ ਕਹਿੰਦੇ ਨੇ ਘਰ ਨੂੰ। ਧੰਨ ਗੁਰੂ ਨਾਨਕ ਦੇਵ ਸਾਹਿਬ ਦੇ ਚਰਨ ਸੁੱਖਾਂ ਦਾ ਘਰ ਹੈ। ਇਹ ਆਪਣੇ ਮਨ 'ਚ ਪਹਿਚਾਣ ਲਓ। ਬਸ ਹੈ ਸਦਾ ਮਨ ਸਥਿਰ ਹੋਵੇ, ਲਹੈ ਪਰਮ ਕਲਿਆਣ। ਸੁੱਖਾਂ ਦੇ ਘਰ ਗੁਰੂ ਨਾਨਕ ਸਾਹਿਬ ਦੇ ਚਰਨ ਜਿਨ੍ਹਾਂ ਦੇ ਹਿਰਦਿਆਂ ਵਿੱਚ, ਜਿਨ੍ਹਾਂ ਦੇ ਮਨਾਂ ਵਿੱਚ ਸਦਾ ਲਈ ਵਸਦੇ ਨੇ, ਉਹਨਾਂ ਦੇ ਮਨ ਸदैਵੀ ਕਾਲ ਲਈ ਸਥਿਰ ਤੇ ਇਕਾਗਰ ਹੋ ਜਾਂਦੇ ਨੇ ਔਰ ਉਹ ਪਰਮ ਕਲਿਆਣ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਹਨ। ਉਹਨਾਂ ਨੂੰ ਪਰਮ ਕਲਿਆਣ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਸ੍ਰੀ ਬਾਲਾ ਸੰਦੂਰ ਵਾਚ। ਭਾਈ ਸਾਹਿਬ ਭਾਈ ਬਾਲਾ ਜੀ ਇਹ ਕਥਾ ਸਰਵਣ ਕਰਾ ਰਹੇ ਹਨ। ਚੌਪਈ ਸ੍ਰੀ ਅੰਗਦ ਸੁਨੀਏ ਗੁਣ ਭਵਨੰ। ਇਹ ਗੁਣਾਂ ਦੇ ਭਵਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਆਪ ਜੀ ਇਹ ਅੰਮ੍ਰਿਤਮਈ ਕਥਾ ਸਰਵਣ ਕਰੋ। ਤਿਹ ਤੇ ਕੀਨ ਗੁਰੂ ਪੁਨ ਗਵਨੰ। ਗੁਣਾਂ ਦੇ ਸਾਗਰ ਸਤਿਗੁਰੂ ਗੁਰੂ ਨਾਨਕ ਸਾਹਿਬ ਵਣਜਾਰਿਆਂ ਦੀ ਇਸ ਬਸਤੀ ਚੋਂ ਇਹਨਾਂ ਨੂੰ ਕਿਰਤਾ ਕਰਕੇ ਜੀ ਅੱਗੇ ਚੱਲੇ ਹਨ। ਲਵਪੁਰ ਕੇ ਜਬ ਗਏ ਸਮੀਪਾ। ਚਲਦਿਆਂ ਚਲਦਿਆਂ ਮਹਾਰਾਜ ਜੀ ਲਾਹੌਰ ਸ਼ਹਿਰ ਦੇ ਨੇੜੇ ਪਹੁੰਚੇ ਨੇ। ਲਾਹੌਰ ਸ਼ਹਿਰ ਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਏ ਹਨ। ਕਰੀ ਸਥਿਤ ਬੇਦੀ ਕੁਲ ਦੀਪਾ। ਬੇਦੀਆਂ ਦੀ ਕੁਲ ਦੇ ਦੀਪ, ਬੇਦੀ ਕੁਲ ਸ਼੍ਰੋਮਣੀ ਸਤਿਗੁਰੂ ਲਾਹੌਰ ਦੇ ਨੇੜੇ ਆ ਕੇ ਇੱਕ ਟਿਕਾਣਾ ਕਰਕੇ ਸਤਿਗੁਰੂ ਜੀ ਬੈਠ ਗਏ। ਤੁਨੀ ਚੰਦ ਤਹ ਬਨੀਆ ਭਾਰੀ। ਇਸ ਲਾਹੌਰ ਸ਼ਹਿਰ ਦਾ ਇੱਕ ਸੱਜਣ ਪੁਰਸ਼ ਸੀ ਜਿਹਦਾ ਨਾਮ ਸੀ ਦੁਨੀ ਚੰਦ। ਇਹ ਬਾਣੀਆਂ ਸੀ, ਬਣੀਆਂ ਸੀ, ਦੁਕਾਨਦਾਰੀ ਕਰਦਾ ਸੀ, ਵਪਾਰ ਕਰਦਾ ਸੀ। ਬਣੀਆਂ ਹੈ ਬੜਾ ਵੱਡਾ ਪ੍ਰਸਿੱਧ ਬਣੀਆਂ ਹੈ ਲਾਹੌਰ ਸ਼ਹਿਰ ਦਾ ਔਰ ਇਹਦਾ ਨਾਮ ਦੁਨੀ ਚੰਦ ਹੈ। ਗੁਰ ਕੀਰਤ ਤਿਸ ਸੁਨੀ ਅਗਾਰੀ। ਇਹਨੇ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਪਹਿਲੋਂ ਸੁਣੀ ਹੋਈ ਸੀ, ਕਿਉਂਕਿ ਲਾਹੌਰ ਵਿੱਚ ਜੀ ਦੀ ਸਿੱਖੀ ਸੇਵਕੀ ਸੀ। ਉਹਨਾਂ ਕੋਲੋਂ ਭਾਈ ਦੁਨੀ ਚੰਦ ਨੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀਆਂ ਵਡਿਆਈਆਂ, ਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਸਿਫਤਾਂ ਸੁਣੀਆਂ ਹੋਈਆਂ ਸਨ। ਨਕੀਨੋ ਸ਼ਰਾਧ ਬਿਸਾਲਾ। ਜਿਸ ਦਿਨ ਸਤਿਗੁਰੂ ਜੀ ਲਾਹੌਰ ਸ਼ਹਿਰ ਦੇ ਕੋਲ ਆਏ ਨੇ, ਉਸੇ ਦਿਨ ਹੀ ਦੁਨੀ ਚੰਦ ਨੇ ਆਪਣੇ ਘਰ ਸ਼ਰਾਧ ਰੱਖਿਆ ਹੋਇਆ ਸੀ। ਆਪਣੇ ਪਿਓ ਦਾ ਸ਼ਰਾਧ ਇਹਨੇ ਕੀਤਾ ਹੋਇਆ ਸੀ। ਪਿਤ ਕੀ ਬਰਸੀਣੀ ਲੱਖ ਕਾਲਾ। ਇਹਦੇ ਪਿਤਾ ਦੀ ਬਰਸੀ ਸੀ, ਸਾਲਾਨਾ ਬਰਸੀ ਜਿਵੇਂ ਹੁੰਦੀ ਹੈ, ਤੋ ਸਾਲ ਭਰ ਪਹਿਲਾਂ ਉਹ ਗੁਜ਼ਰ ਚੁੱਕਾ ਸੀ।
ਤੋ ਸਾਲਾਨਾ ਬਰਸੀਏ ਨੇ ਆਪਣੇ ਪਿਤਾ ਦੀ ਮਨਾਈ ਤੇ ਉਸ ਦਿਨ ਸਰਾਧ ਕੀਤਾ ਹੋਇਆ ਹੈ। ਸੁਨ ਕਰ ਆਗਮ ਕਿਰਪਾ ਜਦੋਂ ਦੁਨੀ ਚੰਦ ਨੂੰ ਪਤਾ ਲੱਗਾ ਕਿ ਕਿਰਪਾ ਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਅੱਜ ਸਬੱਬੀ ਸਾਡੇ ਨਗਰ ਆਏ ਹੋਏ ਨੇ, ਸੋ ਆਪ ਨੇ ਕੇ ਹੇਤਾ ਸਤਿਗੁਰੂ ਚਰਨਾਂ ਵਿੱਚ ਆਇਆ ਕਿ ਮਹਾਰਾਜ ਜੀ ਨੂੰ ਘਰ ਲੈ ਕੇ ਚੱਲਾਂ ਤੇ ਸੇਵਾ ਟਹਿਲ ਕਰਾਂ। ਮਨ 'ਚ ਭਾਵਨਾ ਰੱਖ ਕੇ ਭਾਈ ਦੁਨੀ ਚੰਦ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਲੈਣ ਵਾਸਤੇ ਆਇਆ। ਪਦ ਅਰਬਿੰਦ ਸੋ ਬੰਧਨ ਕੀਨਾ ਬੜੇ ਨਾਲ ਬੜੇ ਸਤਿਕਾਰ ਨਾਲ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਦੁਨੀ ਚੰਦ ਨੇ ਬੰਦਨਾ ਕੀਤੀ, ਮੱਥਾ ਟੇਕਿਆ। ਬਿਨੈ ਪਨੀ ਬਹੁ ਹੋਇਓ ਦੀਨਾ ਦੀਨ ਹੋ ਕੇ ਬੜੇ ਸਨਿਮਰ ਭਾਵ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ। ਦੁਨੀ ਚੰਦ ਨੇ ਪੂਰਨ ਪੁਰਖ ਲਖ ਹੋ ਹਮ ਪ੍ਰੀਤਾ ਮਹਾਰਾਜ ਤੁਸੀਂ ਪੂਰਨ ਪੁਰਖ ਅਚੋਤ ਅਬਨਾਸੀ ਹੋ, ਮੇਰੇ ਹਿਰਦੇ ਦੀ ਪ੍ਰੀਤ ਜਾਣੋ। ਚਲਹੁ ਸਦਨ ਕੋ ਕਰਹੁ ਪੁਨੀਤਾ ਆਪ ਜੀ ਚੱਲ ਕੇ ਮੇਰੇ ਘਰ ਚਰਨ ਤੇ ਮੇਰਾ ਘਰ ਪੁਨੀਤ ਹੋਵੇ, ਮੇਰਾ ਘਰ ਪਾਵਨ ਤੇ ਪਵਿੱਤਰ ਹੋ ਜਾਵੇ। ਤਿਹ ਬਿਲੋਕ ਕੈ ਪ੍ਰੇਮ ਬਿਸਾਲਾ ਬੇਦੀ ਕੁਲ ਸਤਿਗੁਰੂ ਜੀ ਨੇ ਦੁਨੀ ਚੰਦ ਦਾ ਪ੍ਰੇਮ ਵੇਖਿਆ ਕਿ ਪ੍ਰੇਮ ਭਾਵ ਨਾਲ ਦੁਨੀ ਬੇਨਤੀ ਕੀਤੀ ਹੈ। ਇਹਦੇ ਅੰਦਰ ਦੀ ਪ੍ਰੀਤ ਤੇ ਪ੍ਰੇਮ ਸਤਿਗੁਰੂ ਜੀ ਨੇ ਪਰਖਿਆ। ਗਮਨ ਕੀਓ ਉਠ ਸੰਗ ਕਿਰਪਾਲਾ ਪਰਮ ਕਿਰਪਾਲੂ ਸਤਿਗੁਰੂ ਜੀ ਚੰਦ ਦੇ ਨਾਲ ਉੱਠ ਕੇ ਚੱਲ ਪਏ। ਉਤੋ ਸਦਨ ਜੋ ਅਧਿਕ ਬਚਿਤਰਾ ਇਹਨੇ ਘਰ ਕਿਉਂਕਿ ਬਣੀਆਂ ਸੀ, ਬੜਾ ਵੱਡਾ ਵਪਾਰੀ ਸੀ, ਧਨਵਾਨ ਸੀ, ਸ਼ਾਹੂਕਾਰ ਸੀ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਸ ਘਰ ਵਿੱਚ ਗਏ ਨੇ ਜਿਹੜਾ ਬੜਾ ਬਚਿੱਤਰ ਘਰ ਬਣਿਆ। ਬਚਿੱਤਰ ਦਾ ਮਤਲਬ ਕਿ ਬੜਾ ਸੁੰਦਰ, ਜਿਹਦੀ ਰਚਨਾ ਬੜੀ ਸੋਹਣੀ ਰਚੀ ਹੋਈ ਹੈ। ਤਹਾਂ ਬਸਾਏ ਪਰਮ ਪਵਿੱਤਰਾ ਸੋਹਣਾ ਆਸਣ ਲਾ ਕੇ ਪਰਮ ਪਵਿੱਤਰ ਸਤਿਗੁਰੂ ਗੁਰੂ ਨਾਨਕ ਮਹਾਰਾਜ ਜੀ ਨੂੰ ਇਹਨੇ ਘਰ ਬਿਠਾ ਕੇ ਮਹਾਰਾਜ ਜੀ ਦੀ ਸੇਵਾ ਟਹਿਲ ਕਰਨੀ ਸ਼ੁਰੂ ਕੀਤੀ। ਆਪ ਅਦ ਸਰਬ ਕਰ ਸਤਿਗੁਰੂ ਜੀ ਨੂੰ ਬਿਠਾਇਆ ਤੇ ਸਰਾਧ, ਕਿਉਂਕਿ ਸਰਾਧ ਚੱਲ ਰਿਹਾ ਸੀ ਘਰ 'ਚ, ਬ੍ਰਾਹਮਣ ਤੇ ਉਹ ਸਰਾਧ ਦਾ ਭੋਜਨ ਹੋਏ ਸੀ। ਕਰੀਬਨ ਬਾਜ ਪਾਤਸ਼ਾਹ ਜੀ ਬੈਠ ਗਏ ਤੇ ਦੁਨੀ ਚੰਦ ਉਹ ਕਰਨ ਲੱਗ ਪਿਆ, ਸਰਾਧ ਕਰਾਉਣ। ਬਹੁ ਬਿਪਰਨ ਕੋ ਭੋਜਨ ਖਵਾਵਾ ਬੜੇ ਬ੍ਰਾਹਮਣ ਆਏ ਹੋਏ, ਉਹਨਾਂ ਬ੍ਰਾਹਮਣ ਖੀਰ ਖਵਾ ਰਿਹਾ ਹੈ। ਜਬ ਸ਼੍ਰੀ ਗੁਰ ਕੇ ਗਇਓ ਸਮੀਪਾ ਬ੍ਰਾਹਮਣਾਂ ਨੂੰ ਖੀਰ ਖਵਾ ਕੇ ਜਦੋਂ ਦੁਨੀ ਉਹਨਾਂ ਬ੍ਰਾਹਮਣਾਂ ਵੱਲੋਂ ਵਿਹਲਾ ਹੋ ਗੁਰੂ ਜੀ ਦੇ ਕੋਲ ਆਇਆ, ਤਬ ਬੋਲੇ ਕੁਲਦੀਪਾ ਬੇਦੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਵਕਤ ਬੋਲੇ, ਕਹਿਣ ਲੱਗੇ ਕਾਰਨ ਤੇ ਕੀਨ ਮਹਾਰਾਜ ਜੀ ਦੁਨੀ ਚੰਦ ਇਹ ਭੋਜਨ ਕਾਹਦੇ ਲਈ ਕੀਤਾ ਹੋਇਆ? ਅੱਜ ਆ ਘਰ ਵਿੱਚ ਸੱਦ ਕੇ ਬ੍ਰਾਹਮਣਾਂ ਨੂੰ ਭੋਜਨ ਛਕਾ ਰਿਹਾ, ਇਹ ਕਸ ਵਾਸਤੇ ਅੱਜ ਕਿਸ ਕਾਰਨ ਲਈ ਕੀਤਾ ਹੋਇਆ? ਬਹੁਤੇ ਨਰਨ ਬੁਲਾਏ ਬਹੁਤ ਸਾਰਿਆਂ ਨਰਾਂ ਨੂੰ ਘਰ ਵਿੱਚ ਸੱਦ ਕੇ ਤੂੰ ਇਹ ਭੋਜਨ ਛਕਾ ਰਿਹਾ ਤੇ ਸਾਰੇ ਲੋਕ ਘਰ 'ਚ ਭੋਜਨ ਤੇ ਸੱਦੇ ਹੋਏ ਨੇ। ਧੀਰ ਪੂਰ ਤੇਰੇ ਆਹੀ ਤੇ ਲੱਗੀ ਹੋਈ ਆ ਤੇਰੇ ਘਰ ਵਿੱਚ, ਕੋਈ ਅੱਜ ਕੀਤਾ ਘਰ 'ਚ ਆ ਭੰਡਾਰਾ ਕੀਤਾ ਹੈ, ਕਾਹਦੇ ਵਾਸਤੇ ਇਹ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਹੋਇਆ ਹੈ? ਕਹੋ ਬ੍ਰਿਤੰਤ ਸਬੈ ਹਮ ਇਹ ਦੁਨੀ ਚੰਦ ਦੱਸ ਆਪਣਾ ਸਾਰਾ ਬਿਰਤਾਂਤ ਕਿਸ ਲਈ ਕੀਤਾ ਹੋਇਆ ਹੈ? ਦੁਨੀ ਚੰਦ ਤੂੰ ਕਰ ਮਹਾਰਾਜ ਜੀ ਦੇ ਬਚ ਕੇ ਦੁਨੀ ਚੰਦ ਨੇ ਆਪਣੇ ਦੋਵੇਂ ਹੱਥ ਜੋੜੇ, ਬੋਲਿਓ ਸੁਣੀਏ ਉਨ ਮੁਕੰਦੇ ਲੱਗਾ, ਹੈ ਮੁਕਤੀ ਦਾ ਗੁਰੂ ਜੀ ਸੁਣੋ, ਮੈਂ ਨੂੰ ਦੱਸਦਾ ਹਾਂ। ਦਿਵਸ ਆਜ ਕੇ ਮੇਰੋ ਤਾਤਾ ਮਹਾਰਾਜ ਜੀ ਅੱਜ ਦੇ ਦਿਨ ਪਿਤਾ ਗਾ ਪਰਲੋਕ ਹੁਤੋ ਬਖਿਆਤਾ ਮਹਾਰਾਜ ਜੀ ਉਹ ਪਰਲੋਕ ਗਮਨ ਕਰ ਗਿਆ ਸੀ। ਅੱਜ ਦੇ ਦਿਨ ਮੇਰਾ ਪਿਤਾ ਪਰਲੋਕ ਗਮਨ ਕਰ ਗਿਆ ਸੀ, ਉਹਦੀ ਮੌਤ ਹੋਈ ਸੀ। ਤਿਹ ਨਮਿਤ ਮੈਂ ਕੀਨ ਆਹਾਰਾ ਭੋਜਨ
ਉਹਦੇ ਨਿਮਿਤ ਕੀਤਾ ਹੋਇਆ, ਉਹਦੇ ਨਿਮਿਤੇ ਸਰਾਧ ਦਾ ਭੋਜਨ ਕੀਤਾ ਹੋਇਆ। ਪੁਰ ਕੇ ਵਿਪਰਨ ਵਾਰਾ ਤੇ ਸਰਾਧ ਦਾ ਇਹ ਭੋਜਨ ਇਹ ਤੇ ਮੈਂ ਨਗਰ ਦੇ ਜਿਹੜੇ ਬ੍ਰਾਹਮਣ, ਉਹਨਾਂ ਸਾਰੇ ਬ੍ਰਾਹਮਣਾਂ ਨੂੰ ਸੱਦ ਕੇ ਭੋਜਨ ਛਕਾਇਆ ਹੈ। ਪੁਨ ਸ਼੍ਰੀ ਨਾਨਕ ਤਾਹੀ ਜਦਾਂ ਦੱਸਿਆ ਨਾ ਜੀ, ਇਹ ਸਰਾਧ ਦਾ ਭੋਜਨ ਹੈ, ਆਪਣੇ ਪਿਤਾ ਦੇ ਨਿਮਿਤ। ਸੁਣ ਕੇ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਬੋਲੇ, ਤਵ ਪਤ ਭਇਓ ਕੇ ਨਾਹੀ। ਮਹਾਰਾਜ ਜੀ ਕਹਿੰਦੇ, ਪ੍ਰਸ਼ਾਦਾ ਤੂੰ ਆਪਣੇ ਪਿਤਾ ਦੇ ਨਿਮਿਤ ਕੀਤਾ, ਉਹਨੂੰ ਮਿਲਿਆ ਹੋਵੇਗਾ ਕਿ ਨਹੀਂ ਮਿਲਿਆ ਹੋਣਾ? ਬਨਵਾਜ ਪੁੱਛਦੇ, ਉਹਨੂੰ ਪਹੁੰਚ ਗਿਆ ਹੋਣਾ, ਨਹੀਂ ਮਿਲਿਆ। ਕਈਆਂ ਦਾ ਹੁੰਦਾ, ਕਹਿੰਦੇ ਛੱਤ ਤੇ ਰੱਖ, ਉਹ ਕਾਂ ਖਾ ਜਾਂਦੇ ਐ। ਕਾਂ ਖਾ ਕੇ ਜਾਣ ਤੇ ਫਿਰ ਉਹ ਬਜ਼ੁਰਗਾਂ ਤੱਕ ਪਹੁੰਚ ਜਾਂਦਾ ਹੈ, ਪਿਤਰਾਂ ਤਾਈਂ। ਯਾਨੀ ਕਿ ਪਿਤਰਾਂ ਨੂੰ ਵਡਿਆਈ ਦਿੱਤੀ ਵੀ ਕਾਂ ਖਾਣ ਤੇ ਪਿਤਰਾਂ। ਗਰੀਬ ਨਵਾਜ ਸਾਹਿਬ ਜੀ ਮਹਾਰਾਜ ਜੀ ਕਰਦੇ ਨੇ ਵੀ ਜੇ ਜੀਵਦਿਆਂ ਤੁਸੀਂ ਆਪਣਿਆਂ ਬਜ਼ੁਰਗਾਂ ਦੀ ਜੀਵਤ ਪਿਤਰ ਨਾ ਮਾਨੈ ਕੋ ਮੂਏ ਸਰਾਧ ਕਰਾਈ, ਤਾਂ ਫਿਰ ਮਰਿਆਂ ਪਿੱਛੇ ਉਹਨਾਂ ਦੇ ਭਾਵੇਂ ਤੁਸੀਂ ਪਿਆਓ ਲਾ ਦਿਓ ਜੀਵ ਦਾ, ਪਾਣੀ ਤੋਂ ਬਿਨਾਂ ਤਰਸ ਤਰਸ ਕੇ ਕੀ ਫਾਇਦਾ? ਬਜ਼ੁਰਗਾਂ ਦਾ ਅਦਬ ਰੱਖਣਾ ਚਾਹੀਏ, ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਏ। ਬੜਾ ਨਾਲ ਦੌੜਦਾ ਜਾਂਦਾ ਹੈ। ਅੱਜ ਇਸ ਤੇਜ਼ੀ ਦੇ ਸਮੇਂ ਵਿੱਚ ਹਰ ਇੱਕ ਮਨੁੱਖ ਇੱਕ ਦੂਜੇ ਨੂੰ ਪਛਾੜ ਕੇ ਅੱਗੇ ਜਾਣਾ ਚਾਹੁੰਦਾ। ਪਛਾੜਦਾ ਆਪਣੇ ਮਾਂ ਨੂੰ ਵੀ ਪਛਾੜਨ ਲੱਗ ਪਿਆ ਵੀ ਬਾਪੂ ਚੱਲ ਖੁੰਝੇ ਹੋ ਰਿਹਾ। ਇੱਕ ਬਜ਼ੁਰਗ ਦੀ ਜ਼ਿੰਦਗੀ ਦਾ ਤਜਰਬਾ ਤੇ ਨੌਜਵਾਨਾਂ ਦਾ ਉਤਸ਼ਾਹ, ਜੇ ਕਿਤੇ ਦੋਵੇਂ ਰਲ ਜਾਣ, ਅੱਜ ਤਰੱਕੀ ਦੀ ਰਾਹ ਤੇ ਟੁਰ ਪੈਂਦਾ। ਬਜ਼ੁਰਗ ਕੋਲ ਉਤਸ਼ਾਹ ਨਹੀਂ ਹੈ, ਉਹਦੇ ਨਹੀਂ ਹੈ, ਜਵਾਨੀ ਨਹੀਂ ਹੈ, ਜਵਾਨ ਦੇ ਨਹੀਂ ਹੈ। ਬਜ਼ੁਰਗਾਂ ਦਾ ਤਜਰਬਾ ਤੇ ਨੌਜਵਾਨਾਂ ਦਾ ਉਤਸ਼ਾਹ ਦੋਵੇਂ ਮਿਲ ਜਾਣ ਤੇ ਸਮਾਜ ਦੀ ਸਿਰਜਣਾ ਹੁੰਦੀ ਹੈ। ਪੁਰਾਣੇ ਸਮਿਆਂ ਬਜ਼ੁਰਗਾਂ ਦੇ ਸਤਿਕਾਰ ਵਜੋਂ ਕਹਾਣੀ ਸੁਣਾਈ ਜਾਂਦੀ ਹੈ। ਕਹਿੰਦੇ ਇੱਕ ਵਾਰ ਕਿਸੇ ਲੜਕੀ ਬਾਤ ਰੱਖੀ, ਬਰਾਤ ਆਉਣੀ ਹੈ। ਉਹ ਕਹਿੰਦੇ ਮੇਰੀ ਸ਼ਰਤ ਹੈ ਵੀ ਤੁਹਾਡੀ ਬਰਾਤ ਵਿੱਚ ਕੋਈ ਬਜ਼ੁਰਗ ਨਹੀਂ ਆਉਣਾ ਚਾਹੀਦਾ। ਜੇ ਕੋਈ ਬਜ਼ੁਰਗ ਆਇਆ ਤੇ ਮੈਂ ਬਰਾਤ ਬਰੰਗ ਮੋੜ ਦੇਣੀ, ਇਹ ਮੇਰੀ ਸ਼ਰਤ ਹੈ। ਨੌਜਵਾਨ ਕਹਿੰਦੇ ਕੀ ਨੂੰ ਨਾਲ ਲਿਜਾ ਕੇ ਛੱਡੋ ਇਹਨਾਂ ਨੂੰ, ਇੱਥੇ ਇਹਨਾਂ ਨੇ ਕੀ ਕਰਨਾ ਉੱਥੇ? ਇਹ ਤਾਂ ਸ਼ਰਤ ਹੋਵੇ ਨਾ ਹੋਵੇ, ਇਹ ਟੋਕਾ ਵੱਢੀ ਕਰਨੀ ਹੈ, ਨਾਲ ਲਿਜਾਵਾਂਗੇ ਤਾਂ ਸਾਨੂੰ ਹੀ ਟੋਕਣਾ ਇਹਨਾਂ ਨੇ, ਛੱਡੋ ਘਰ। ਇਹ ਤਾਂ ਬਹਾਨਾ ਹੀ ਬੜਾ ਵਧੀਆ ਬਣ ਗਿਆ। ਮੁੰਡੂ ਜੇ ਇਕੱਠੇ ਹੋ ਕੇ ਬਰਾਤ ਲੈ ਕੇ ਗਏ, ਲਾੜੇ ਦਾ ਜਿਹੜਾ ਨਾਨਾ ਸੀ ਉਹਨੇ ਜਿੱਦ ਕਰ ਲਈ, ਕਹਿੰਦਾ ਪੁੱਤਰਾ ਮੈਂ ਤਾਂ ਬੜਾ ਚਾਅ ਬਣਾਇਆ ਸੀ ਵੀ ਦੋਤਰੇ ਦਾ ਵਿਆਹ ਵੇਖਣਾ, ਜਾਣਾ ਹੀ ਜਾਣਾ, ਉਹ ਕਿ ਬਰਾਤ ਬਰੰਗ ਥੋੜੀ ਮੜਾਣੀ ਹੈ। ਉਹ ਕਹਿੰਦਾ ਨਹੀਂ ਮੈਂ ਤਾਂ ਚੱਲਣਾ। ਉਹ ਏਦਾਂ ਲੈ ਚੱਲੋ ਵੀ ਕੋਈ ਵੇਖੇ ਹੀ ਨਾ ਮੈਨੂੰ। ਜਿੱਥੇ ਗੱਡਿਆਂ ਵਿੱਚ ਸਮਾਨ ਰੱਖਿਆ ਉਹਦੇ ਵਿੱਚ ਉਹਨੂੰ ਲੁਕਾ ਕੇ ਬਿਠਾ ਲਿਆ। ਬਰਾਤ ਲੈ ਕੇ ਪਹੁੰਚੇ, ਹਾਲੇ ਕਰਨਾ ਸੀ। ਲੜਕੀ ਦੇ ਪਿਤਾ ਨੇ ਦੂਜੀ ਸ਼ਰਤ ਰੱਖ ਦਿੱਤੀ ਵੀ ਸਾਡੇ ਨਾਲ ਇਹ ਨਹਿਰ ਵਗਦੀ ਹੈ ਜਿਹੜੀ ਤੁਸੀਂ ਪਾਰ ਕਰਕੇ ਆਏ ਹੋ ਬੇੜੇ ਪਾ ਕੇ, ਵੀ ਮੈਂ ਵਿਆਹ ਤਾਂ ਕਰਾਂਗਾ ਆਪਣੀ ਲੜਕੀ ਦਾ ਜੇ ਤੁਸੀਂ ਇਹਦੇ ਵਿੱਚ ਸ਼ੁੱਧ ਦੁੱਧ ਬਹਾਓਗੇ। ਸ਼ੁੱਧ ਦੁੱਧ, ਇਹ ਨਦੀ ਦੁੱਧ ਦੀ ਬਹਾਓਗੇ। ਹੁਣ ਨਦੀ ਦੁੱਧ ਦੀ ਕਿਵੇਂ ਵਗ ਸਕਦੀ ਸੀ? ਬੜਾ ਔਖਾ ਕੰਮ। ਨੌਜਵਾਨ ਸਾਰੇ ਬੜੇ ਨਮੋਸ਼, ਕਹਿੰਦੇ ਚਲੋ ਹੁਣ ਵਾਪਸ ਲੈ ਚੱਲੀਏ ਬਰਾਤ। ਉਹਨਾਂ ਦਾ ਬਜ਼ੁਰਗ ਨਾਨਾ ਕਹਿੰਦੇ ਚਲੋ ਹੁਣ ਉਹਨੂੰ ਬਾਪੂ ਨੂੰ ਵੀ ਬਾਹਰ ਕੱਢ ਲਓ ਵੀ ਹੁਣ ਕਿਹੜਾ, ਹੁਣ ਤਾਂ ਵਾਪਸ, ਹੁਣ ਉਹਨਾਂ ਨੂੰ ਲੱਗ ਜੇ ਪਤਾ ਲੱਗਦਾ ਅਸੀਂ ਬਜ਼ੁਰਗ ਨਾਲ ਉਹਨੂੰ ਬਾਹਰ। ਕਹਿੰਦੇ ਚੱਲ ਨਾਨਾ ਚੱਲੀ। ਉਹ ਕਹਿੰਦਾ
ਕੀ ਹੈ? ਕਹਿੰਦੇ ਆਹ ਗੱਲ ਹੈ। ਉਹ ਕਹਿੰਦਾ ਸ਼ੁੱਧ ਦੁੱਧ ਦੀ ਨਦੀ ਵਹਾਓ। ਉਹ ਕਹਿੰਦਾ ਇਹ ਕਿਹੜਾ ਔਖੀ ਗੱਲ ਹੈ? ਬਜ਼ੁਰਗ ਕਹਿੰਦਾ ਏਦਾਂ ਕਰੋ ਸੁਨੇਹਾ ਵੀ ਅਸੀਂ ਦੁੱਧ ਦਾ ਪ੍ਰਬੰਧ ਕਰ ਲਿਆ, ਨਦੀ ਦੁੱਧ ਦੀ ਵਗੇਗੀ, ਵੀ ਕਹੋ ਵੀ ਸਾਡੀ ਵੀ ਸ਼ਰਤ ਹੈ ਇੱਕ, ਕਿ ਤੇਰੀਆਂ ਦੋ ਮੰਨ ਲੀਆਂ ਨੇ, ਸਾਡੀ ਤਾਂ ਇੱਕ ਮੰਨ। ਹੁਣ ਅਸੀਂ ਵੀ ਲੜਕੇ ਵਾਲੇ ਆ, ਵੀ ਸਾਡੀ ਵੀ ਇੱਕ ਸ਼ਰਤ ਆ, ਦੁੱਧ ਅਸੀਂ ਪੂਰਾ ਕਰ ਲਿਆ, ਵਹਾ ਦਿਆਂਗੇ ਸ਼ੁੱਧ ਦੁੱਧ, ਪਰ ਪਹਿਲਾਂ ਨਦੀ ਦਾ ਪਾਣੀ ਖਾਲੀ ਕਰੇ। ਜਦੋਂ ਸਾਰੀ ਨਦੀ ਖਾਲੀ ਕਰ ਦੇਗਾ, ਪਾਣੀ ਖਾਲੀ, ਫਿਰ ਅਸੀਂ ਦੁੱਧ ਛੱਡ ਦੇ। ਇਹ ਗੱਲ ਉਧਰ ਦਾ ਜ਼ਰੂਰ ਕੋਈ ਬੁੜਾ ਆਇਆ ਹੋਣਾ, ਵੀ ਇਹ ਗੱਲ ਨੌਜਵਾਨਾਂ ਦੇ ਦਿਮਾਗ 'ਚ ਨਹੀਂ ਸੀ। ਇਹ ਕਹਾਵਤਾਂ ਇੱਦਾਂ ਦੀਆਂ ਸਾਰੀਆਂ ਸਾਡੇ ਸਮਾਜ ਵਿੱਚ, ਇਹ ਦੰਦ ਕਥਾਵਾਂ ਕਹਿੰਦੇ ਆ ਇਹਨਾਂ ਨੂੰ, ਇਹ ਚੱਲਦੀਆਂ। ਬਜ਼ੁਰਗਾਂ ਦਾ ਤਜਰਬਾ, ਨੌਜਵਾਨਾਂ ਦਾ ਉਤਸ਼ਾਹ, ਇਹ ਸਮਾਜ ਕਰਦਾ ਹੈ। ਅੱਜ ਦੇ ਯੁੱਗ ਵਿੱਚ ਬੰਦਾ ਬਜ਼ੁਰਗਾਂ ਨੂੰ ਆਪਣੇ ਛਾੜਨ ਦਾ ਯਤਨ ਕਰਦਾ, ਜੋ ਯੋਗ ਨਹੀਂ ਹੈ। ਉਹਨਾਂ ਦਾ ਅਦਬ ਰੱਖਣਾ ਚਾਹੀਏ, ਸਤਿਕਾਰ ਰੱਖਣਾ, ਤੇ ਬਜ਼ੁਰਗਾਂ ਨੂੰ ਵੀ ਇਹ ਖਿਆਲ ਰੱਖਣਾ ਕਿ ਮੈਂ ਪਰ ਟੋਕਣ ਦੀ ਬਜਾਏ ਕਿਸੇ ਸਹੀ ਨਾਲ ਸਹੀ ਦਿਸ਼ਾ ਦੇ ਵਿੱਚ ਯਤਨ ਕਰਕੇ ਉਹਨੂੰ ਵੀ ਸਿਆਣਪ ਦੇ ਨਾਲ ਆਪਣੇ ਤਜਰਬੇ ਨਾਲ ਚੱਲਣਾ ਚਾਹੀਏ। ਇੱਦਾਂ ਦਾ ਪ੍ਰਭਾਵ ਹੋਵੇਗਾ ਤਾਂ ਸਮਾਜ ਉਸਾਰੂ ਹੋਵੇਗਾ। ਹੁਣ ਜੀਵਦਿਆਂ ਦਾ ਨਹੀਂ ਕੀਤਾ ਕਰਾਓ ਕਿਹੜੇ ਕੰਮ ਦੇ? ਗੁਰਬਾਣੀ ਇਹਦਾ ਖੰਡਨ ਕਰਦੀ ਹੈ। ਇਹ ਕਹਿੰਦਾ ਜੀ ਸਰਾਧ ਕੀਤਾ। ਮਹਾਰਾਜ ਜੀ ਕਹਿੰਦੇ ਵੀ ਜਿਹਦੇ ਵਾਸਤੇ ਕੀ ਮਿਲ ਗਿਆ ਹੋਣਾ ਕਿ ਨਹੀਂ, ਉਹਦੇ ਕੋਲ ਪਹੁੰਚਿਆ ਹੋਵੇਗਾ ਕਿ ਨਹੀਂ। ਏਦਾਂ ਨੇ ਪੁੱਛਿਆ, ਤੁਨੀ ਚੰਦ ਲਖੋ ਨ ਕੋ। ਚੰਦ ਅੱਗੋਂ ਬੋਲਿਆ, ਕਹਿੰਦਾ ਮਹਾਰਾਜ ਇਹ ਤਾਂ ਨਹੀਂ ਮੈਂ ਜਾਣਦਾ, ਇਹ ਤਾਂ ਮੇਰੇ ਗਿਆਨ ਵਿੱਚ ਨਹੀਂ ਹੈ। ਪਹੁੰਚਿਓ ਰਹਿਓ ਕਿ ਭੁੱਖਾ ਸੋ। ਉਹਦੇ ਕੋਲ ਪਹੁੰਚਿਆ ਕਿ ਭੁੱਖਾ ਹੈ ਮਹਾਰਾਜ, ਇਹਦੇ ਬਾਰੇ ਮੈਨੂੰ ਨਹੀਂ ਪਤਾ। ਇਸ ਬਿਦ ਕੀ ਸੁਧਰਾਵਰ ਜਾਨੋ। ਮਹਾਰਾਜ ਇਹਦੀ ਖਬਰ ਤਾਂ ਤੁਹਾਨੂੰ ਪਤਾ ਹੋਵੇ, ਤੁਸੀਂ ਗੁਰਦੇਵ ਹੋ, ਮਹਾਤਮਾ ਪੁਰਸ਼ ਹੋ ਜੀ, ਇਹਦੀ ਖਬਰ ਤਾਂ ਤੁਹਾਨੂੰ ਹੋਵੇ। ਜੰਤ ਅਲਪ ਮੈਂ ਨਾ ਪਛਾਨੋ। ਅਸੀਂ ਤਾਂ ਅੱਤ ਵਾਲੇ ਤੁੱਛ ਜੇ ਜਨਤਾ ਜੀਵ ਆ ਮਹਾਰਾਜ, ਸਾਨੂੰ ਨਹੀਂ ਇਹਦੇ ਬਾਰੇ ਪਤਾ। ਗੁਰ ਕਹਿ ਤਵ ਪਿਤ ਛੁਦਾ ਅਧੀਨਾ। ਜੀ ਕਹਿੰਦੇ ਦੁਨੀ ਚੰਦ ਜੇ ਸਾਨੂੰ ਸੁਣ, ਪਿਤਾ ਭੁੱਖਾ ਹੈ, ਉਹਨੂੰ ਨਹੀਂ ਮਿਲਿਆ ਖਾਣ ਨੂੰ। ਇਹ ਤਾਂ ਢਿੱਡ ਤੇ ਹੱਥ ਮਾਰ ਕੇ ਚਲੇ ਗਏ, ਚੰਗੀ ਤਰ੍ਹਾਂ ਠੂਸ ਕੇ, ਡੇਢ ਸੇਰ ਖੀ ਕੇ, ਤੇਰੇ ਪਿਤਾ ਤਾਂ ਹੀ ਨਹੀਂ ਪਹੁੰਚੀ, ਉਹ ਤਾਂ ਭੁੱਖਾ ਬੈਠਾ ਹੈ। ਭੁੱਖੇ ਬਾਸੁਰ ਬੀਤੇ ਤੇ ਇੱਕ ਦਿਨ ਦਾ ਨਹੀਂ, 3 ਦਿਨ ਨੂੰ ਭੁੱਖੇ ਬੈਠਿਆ ਹੋਇਆ, 3 ਦਿਨ ਉਹਨੂੰ ਭੁੱਖਿਆਂ ਬੀਤ ਗਏ ਹਨ। ਬੈਠਿਓ ਸੁਦਾ ਤੁਰ ਸੋ। ਉਹ ਤੁਰਾ ਹੁਣ ਵੀ ਭੁੱਖਾ ਹੀ ਬੈਠਾ, ਪਹੁੰਚਿਓ ਭੋਜਨ ਕੋ। ਉਹਦੇ ਕੋਲ ਕੋਈ ਭੋਜਨ ਨਹੀਂ ਪਹੁੰਚਿਆ, ਕੋਈ ਆਹਾਰ ਨਹੀਂ। ਇਸ ਪ੍ਰਕਾਰ ਕੇ ਬਚਨ ਸੁਨੇ ਜਬ। ਜਦੋਂ ਸਾਧੂ ਦੇ ਇਹ ਪਾਵਨ ਬਚਨ ਦੁਨੀ ਚੰਦ ਨੇ ਸੁਣੇ, ਉਹ ਬੁੱਝ ਪੁਨ ਤਬ। ਵਨਿਮਰ ਹੋ ਕੇ ਹੱਥ ਜੋੜ ਕੇ ਕਿਹ ਸਥਾਨ ਮੈਂ ਬੈਸਾ। ਮਹਾਰਾਜ ਜੀ ਕਿੱਥੇ ਬੈਠਾ ਭੁੱਖਾ ਮੇਰਾ ਪਿਤਾ, ਕਿਹੜੀ ਹੈ? ਕਹੋ ਕਿਰਪਾ ਕਰ ਤਿਹ ਤਨ ਕਿਰਪਾ ਸੋ ਦਾ ਸਰੀਰ ਜਗ੍ਹਾ ਤੇ ਉਹ ਬੈਠਾ ਹੈ। ਹੇਤ ਬਤਾ ਲਾਏ। ਦੱਸਣ ਬਾਜ ਪਾਤਸ਼ਾਹ ਜੀ ਬੋਲੇ, ਤਵ ਬ੍ਰਿਕ ਦੇਹੀ ਕੋ ਪਾਏ। ਮਹਾਰਾਜ ਜੀ ਕਹਿੰਦੇ ਦੁਨੀ ਤੇਰਾ ਪਿਤਾ ਬਗਿਆੜ ਦੀ ਜੂਨੀ ਚ ਹੈ, ਉਹ ਬਗਿਆੜ ਜੂਨੇ ਪਿਆ ਹੋਇਆ। ਪੰਜ ਕੋਸ ਪਰ ਚਾਰਨ ਮਾਹੀ। ਇੱਥੋਂ 5 ਕੋਸ ਝਾੜ ਤੇ ਜਗ੍ਹਾ ਦੱਸ ਦਿੱਤੀ, ਮਹਾਰਾਜ ਜੀ ਨੇ ਟਿਕਾਣਾ ਦੱਸ ਦਿੱਤਾ ਵੀ ਉੱਥੇ ਝਾੜ ਨੇ, ਉਹਨਾਂ ਝਾੜ ਬੈਠਾ ਹੋਇਆ। ਉਹ ਬੈਠ ਰਹੇ ਹੋ ਤਾਹੀ। ਹੋ ਗਏ ਨੇ, ਉਹਨੂੰ ਕੁਝ ਖਾਣ ਨੂੰ ਨਹੀਂ ਮਿਲਿਆ, ਉਹ ਭੁੱਖਾ ਹੀ ਪਿਆ। ਲੈ ਤੁਮ ਜਾਵੋ। ਇਹ ਭੋਜਨ ਉੱਥੇ ਕੇ ਜਾ ਉਹਦੇ ਕੋਲ। ਦੇਖ ਸਰੂਪ
ਮਨ ਮੈਂ ਡਰ ਪਾਵੋ। ਬਘਿਆੜ ਦਾ ਸਰੂਪ ਹੈ ਉਹਦਾ, ਤੇ ਵੇਖ ਕੇ ਡਰੀ ਨਾ, ਤੂੰ ਮਨ ਚ ਭੈ ਨਾ ਕਰੀ। ਦਰਸ਼ਨ ਕੋ ਜਬ ਹੇਰੇ, ਜਦੋਂ ਦਰਸ਼ਨ ਕਰੇਗਾ ਨਾ, ਜਦੋਂ ਤੈਨੂੰ ਵੇਖੇਗਾ, ਮਾਨੁਖ ਦੇਹ ਧਰੈ ਤਿਸ ਉਸੇ ਵੇਲੇ ਉਹ ਮਨੁੱਖੀ ਸਰੂਪ ਚ ਆ ਜਾਏ। ਤੂੰ ਵੇਖਦਿਆਂ ਉਹਦੀ ਜਿਹੜੀ ਸੂਖਮ ਰੂਹ ਹੈ ਉਹ ਤੇਰੇ ਸਾਹਮਣੇ ਆ ਜਾਏ। ਤੁਨੀ ਚੰਦ ਅਚਰ ਧਰ, ਬੜਾ ਹੈਰਾਨ ਹੋਇਆ, ਬੜਾ ਅਚਰਜ ਹੋਇਆ। ਤਿਉ ਪਾਤਰ ਪਾਇਸ ਕੋ ਇਹਨੇ ਇੱਕ ਭਾਂਡੇ 'ਚ ਖੀਰ ਭਰ ਲਈ ਤੇ ਖੀਰ ਭਰ ਕੇ ਭਾਂਡੇ 'ਚ ਲੈ ਕੇ ਟੁਰ ਪਿਆ। ਜਹਾਂ ਬਤਾਇਓ ਕਿਰਪਾ ਨਿਧਾਨਾ, ਕਿਰਪਾ ਨਿਧਾਨ ਸਤਿਗੁਰੂ ਜੀ ਨੇ ਜਿਹੜੀ ਜਗ੍ਹਾ ਜਿਹੜਾ ਟਿਕਾਣਾ ਦੱਸਿਆ, ਦੇਖਿਓ ਤਹਾਂ ਜਾਏ ਸੋ ਥਾਨਾ। ਉਹੀ ਜਗ੍ਹਾ ਜਾ ਕੇ ਦੁਨੀ ਚੰਦ ਨੇ ਵੇਖੀ। ਲੋਕ ਝਾਰ ਮਹਿ ਜਾਈ, ਵੇਖਿਆ ਝਾੜ ਦੇ ਵਿੱਚ ਬਘਿਆੜ ਬੈਠਾ ਹੋਇਆ। ਕਰੀ ਦੂਰ ਤੇ ਬੰਦਾ ਹੀ, ਇਹਨੇ ਦੂਰੋਂ ਪਹਿਲਾਂ ਹੱਥ ਜੋੜੇ। ਚੰਦ ਕੋ ਤਿਨ ਜੋ ਨਿਹਾਰਾ, ਉਸ ਬਘਿਆੜ ਨੇ ਜਦੋਂ ਦੁਨੀ ਚੰਦ ਨੂੰ ਵੇਖਿਆ, ਤਤ ਛਿਨ ਮਾਨੁਖ ਤਨ ਹਾਰਾ, ਤਤ ਛਿਨ ਦਾ ਸਵਰੂਪ ਛੱਡ ਕੇ ਉਹ ਮਨੁੱਖੀ ਸਰੀਰ ਵਿੱਚ ਆ ਗਿਆ। ਮਾਨਵੀ ਸਰੀਰ ਜੋ ਇਹਦੇ ਪਿਤਾ ਦਾ ਸੂਖਮ ਸਰੀਰ ਸੀ, ਸਰੂਪ ਦੇ ਵਿੱਚ ਉਹ ਸੂਖਮ ਸਰੀਰ ਜਿਹੜਾ ਹੁੰਦਾ 17 ਤੱਤਾਂ ਦਾ ਹੁੰਦਾ ਖਾਲਸਾ ਜੀ, ਉਹ ਉਹੀ ਰਹਿੰਦਾ। ਬਾਹਰਲੇ ਸਰੀਰ ਬਦਲਦੇ ਰਹਿੰਦੇ, ਜਿਹਨੂੰ ਆਪਾਂ ਪੰਜ ਭੂਤ ਕਹਿੰਦੇ, ਸਥੂਲ, ਇਹ ਬਦਲਦਾ ਰਹਿੰਦਾ। ਸੂਖਮ ਸਰੀਰ ਹੈ 17 ਤੱਤਾਂ ਦਾ ਬਣਿਆ ਹੋਇਆ, ਇਹ ਉਹੀ ਰਹਿੰਦਾ। ਤੋ ਉਸੇ ਵਕਤ ਉਹ ਪਹਿਲੇ ਸਵਰੂਪ ਵਿੱਚ ਮਨੁੱਖੀ ਸਵਰੂਪ ਵਿੱਚ ਆ ਗਿਆ। ਪਾਇਸ ਪਾਤਰ ਅਗਾਰੀ, ਇਹਨੇ ਉਹ ਖੀਰ ਵਾਲਾ ਭਾਂਡਾ ਸੀ ਉਹ ਅੱਗੇ ਰੱਖ ਦਿੱਤਾ। ਹਿਤ ਬੂਕੇ ਗਿਰਾ ਉਚਾਰੀ, ਫਿਰ ਉਹਨੂੰ ਪੁੱਛਣ ਲੱਗਾ, ਕਹਿਣ ਲੱਗਾ, ਰਮਾਤਮ ਥੇ ਸਭ ਭਾਂਤੀ, ਕਿਉਂਕਿ ਇਹਦੇ ਪਿਤਾ ਦੇ ਸਰੂਪ ਚ ਇਹਨੂੰ ਦਿਸ ਰਿਹਾ ਸੀ। ਕਹਿਣ ਲੱਗਾ, ਪਿਤਾ ਜੀ ਤੁਸੀਂ ਤਾਂ ਬੜੇ ਧਰਮਾਤਮਾ ਸੀ, ਸਾਰੀ ਜ਼ਿੰਦਗੀ ਬੜੇ ਧਰਮ ਕਰਮ ਕੀਤੇ ਸੀ, ਸਾਰਾ ਜੀਵਨ ਤੁਸੀਂ ਧਰਮੀ ਬਣ ਬਤੀਤ ਕੀਤਾ। ਸ਼ੁਭ ਕਾਰਜ ਮਹਿ ਮਤ ਦਿਨ ਰਾਤੀ, ਸ਼ੁਭ ਵਿੱਚ ਮਤ ਰਾਤ ਹੁੰਦੀ ਸੀ, ਸ਼ੁਭ ਕਰਮਾਂ ਵਿੱਚ ਤੁਸੀਂ ਪ੍ਰਵਿਰਤ ਸੀ। ਕਰ ਦੇਹ ਬ੍ਰਿਕ ਕੀ ਪਾਈ, ਹੈਰਾਨੀ ਹੋਈ ਹੈ ਮੈਨੂੰ ਇਹ ਜਾਣ ਕੇ, ਤੂੰ ਇਹ ਬਘਿਆੜ ਦੀ ਜੂਨ ਕਿਵੇਂ ਮਿਲ ਗਈ? ਤੁਸੀਂ ਤਾਂ ਕੋਈ ਏਦਾਂ ਦਾ ਮਾੜਾ ਕਰਮ ਕੀਤਾ ਨਹੀਂ ਸੀ ਕਦੇ, ਚੰਗੇ ਕੀਤੇ ਸੀ, ਭਲੇ ਕਰਮ ਕੀਤੇ ਸੀ, ਇਹ ਜੂਨ ਤੁਹਾਨੂੰ ਬਘਿਆੜ ਦੀ ਕਿਵੇਂ ਮਿਲ ਗਈ? ਮੁਝ ਪ੍ਰਸੰਗ ਇਹ ਸੁਣਾਈ, ਪਹਿਲਾਂ ਦੱਸੋ ਇਹਦਾ ਕੀ ਕਾਰਨ ਹੋਇਆ? ਅਬ ਬ੍ਰਿਕ ਦੇਹ ਤਜੀ ਹੈ ਜੈਸੇ, ਮੈਨੂੰ ਵੇਖਦਿਆਂ ਤੁਸੀਂ ਇਹ ਬਘਿਆੜ ਤਿਆਗ ਦਿੱਤੀ ਆ। ਮਨੁੱਖ ਤਨ ਪਾਇਓ ਕਹੋ ਕੈਸੇ, ਇਹ ਮਨੁੱਖੀ ਸਰੀਰ ਤੁਹਾਡਾ ਇੱਕਦਮ ਕਿਵੇਂ ਹੋ ਗਿਆ ਬਘਿਆੜ ਦਾ ਸਵਰੂਪ ਛੱਡ ਕੇ? ਲਿਓ ਤਾ ਸੁਨੋ, ਵਕਤ ਬੋਲਿਆ, ਕਹਿਣ ਲੱਗਾ, ਜਿਉ ਬੀਤੀ ਮਮ ਪਾਛਲ ਬਾਤਾ, ਦੁਨੀ ਸੁਣ, ਜੋ ਮੇਰੇ ਨਾਲ ਪਿਛਲੀ ਬਾਤ ਬੀਤੀ ਹੈ, ਮੈਨੂੰ ਬਘਿਆੜ ਦੀ ਮਿਲੀ ਹੈ, ਉਹ ਮੈਂ ਤੈਨੂੰ ਦੱਸਦਾ ਹਾਂ। ਦੋਹਰਾ ਨਿਤ ਸਮ ਮੁਝੋ ਤਬ ਇੱਕ ਨਰ ਤੇ ਥਾਨ, ਜਦੋਂ ਮਿਰਤੂ ਦਾ ਸਮਾਂ ਹੋਇਆ ਸੀ, ਮੇਰੇ ਅੰਤਲੇ ਸਨ, ਮੰਜੇ ਤੇ ਪਿਆ ਮੈਂ ਅੰਤਲੇ ਸਾਹ ਲੈ ਰਿਹਾ ਸੀ, ਉਸ ਵਕਤ ਮੇਰੇ ਨੇੜੇ ਕਿਸੇ ਮਨੁੱਖ ਮੀਨ ਮਾਸਰੀ ਧਤ ਹੁਤੋ ਤੇ ਧੁਨ ਸੁਨ ਆ, ਉਹ ਮੱਛੀ ਤੜਕਣ ਲੱਗ ਪਿਆ, ਮੱਛੀ ਦਾ ਲੈ ਕੇ ਤੇ ਤੜਕਣ ਲੱਗ ਪਿਆ। ਉਹਦੀ ਆਵਾਜ਼, ਮੱਛੀ ਦੇ ਜਿਹੜੀ ਉਹ ਭਾਫ ਹੁੰਦੀ ਆ, ਉੱਡ ਕੇ ਮੇਰੀ ਨਾਸ ਆਈ। ਚੌਪਈ ਮਨ ਖਾਵਨ ਕੋ ਮਮ ਲਲਚਾਇਓ, ਤੇ ਮਨ ਦਾ ਵੇਖੋ ਸੁਭਾਅ ਕੰਢੇ ਪਿਆ ਹੋਇਆ, ਤੇ ਮਨ ਦਮ ਨਾ ਪੈਦਾ ਹੋਈ ਕਿ ਮੱਛੀ ਮਿਲੇ ਖਾਣ ਨੂੰ। ਮਨ 'ਚ ਇੱਛਾ ਆ ਗਈ ਖਾਣ ਦਾ, ਮੱਛੀ ਦੇ ਮਾਸ ਖਾਣ ਦਾ ਜਿਹੜਾ ਫੁਰਨਾ ਸੀ, ਉਹ ਉਸ ਵੇਲੇ ਮੇਰੇ ਮਨ ਵਿੱਚ ਆ ਗਿਆ। ਸੋ ਮੇਰੇ ਤਬ ਹਾਥ ਨ ਆਇਓ, ਉਹ ਤੋਂ ਮਾਸ ਮੈਨੂੰ ਮਿਲ,
ਮੇਰੇ ਹੱਥ ਨਹੀਂ ਲੱਗਾ। ਭਇਓ ਮ੍ਰਿਤਕ ਇਹ ਦੇ ਆਈ। ਤੇ ਮਨ ਚ ਇਸੇ ਫੁਰਨੇ ਦੇ ਨਾਲ ਮੈਂ ਮਰ ਗਿਆ ਕਿ ਮੱਛੀ ਦਾ ਮਾਸ ਖਾਣ ਨੂੰ ਮਿਲ ਜਾਂਦਾ ਹੈ। ਇਹੀ ਫੁਰਨਾ ਕਰਦਿਆਂ ਮੇਰਾ ਸਰੀਰ ਛੁੱਟ, ਇਹੀ ਫੁਰਨਾ ਕਰਦਿਆਂ ਸਰੀਰ ਛੁੱਟ ਗਿਆ। ਜਦੋਂ ਇਹ ਛੁੱਟਿਆ ਤੇ ਮਾਸ ਖਾਣ ਦਾ ਫੁਰਨਾ ਸੀ ਕਿ ਮਾਸ ਖਾਣ ਵਾਲੀ ਜੂਨੀ ਬਗਿਆੜ ਦੀ ਗਈ। ਸਵਾਸ ਨਿਕਲਦਾ ਹੈ ਨਾ, ਉਸ ਨਿਕਲਦੇ ਹੋਏ ਸਵਾਸ ਸਾਡੇ ਮਨ 'ਚ ਕਿਹੜਾ ਸੰਕਲਪ ਉੱਠਿਆ, ਕੀ ਫੁਰਨਾ ਹੋਇਆ, ਧਾਰਤ ਕਰੇਗਾ ਤੁਹਾਡੇ ਅਗਲੇ ਜਨਮ ਨੂੰ, ਕਿ ਅਗਲਾ ਜਨਮ ਉਹਨੇ ਫੈਸਲਾ ਕਰਨਾ ਅੰਤਲੇ ਸਵਾਸ ਨੇ। ਉਸ ਐਸਾ ਫੁਰਨਾ ਹੋਵੇਗਾ, ਉਸ ਯਾਤਰਾ ਚੱਲ ਪਏਗੀ। ਐਨ ਚੁਰਸਤਾ ਹੈ ਉਹ ਤੇ ਖੜੇ, ਜਿੱਧਰ ਮੂੰਹ ਹੋਵੇਗਾ ਉਸੇ ਪਾਸੇ ਟੁਰ ਪਵਾਂਗੇ। ਚਾਰੇ ਪਾਸੇ ਰਸਤੇ ਨੇ। ਕੀ ਹੁੰਦਾ ਉਸ ਵੇਲੇ ਉਹ ਟੁਰੇ। ਜੁਗ ਜੁਗ ਮੇਰ ਸਰੀਰ ਕਾ ਵਾਸ਼ ਦਾ ਆਵੇ ਜਾਏ। ਉਹ ਜਨਮ ਮਰਨ ਦਾ ਚੱਕਰ ਉਸ ਵਾਸ਼ਨਾ ਕਰਕੇ ਹੀ ਹੈ। ਮਾਸ ਖਾਣ ਦਾ ਫੁਰਨਾ ਹੋ ਗਿਆ, ਬਣ ਗਿਆ। ਮਕਾਨ ਦਾ ਫੁਰਨਾ ਬਣ ਜੇ ਤਾਂ ਮਹਾਰਾਜ ਜੀ ਕਹਿੰਦੇ ਬਣ ਜਾਂਦਾ ਹੈ। ਇਸਤਰੀ ਦਾ ਫੁਰਨਾ ਬਣ ਜਾ ਵਿਸ਼ਵਾ ਹੋ ਜਾਂਦਾ। ਦਾ ਫੁਰਨਾ ਬਣ ਜੇ ਤੇ ਚਲਾ ਜਾਂਦਾ। ਬੱਚਿਆਂ ਦਾ ਬਣ ਜਾਏ ਤਾਂ ਸੂਕਰ ਦੀ ਜੂਨ ਜਾਂਦਾ, ਤੇ ਜੇ ਨਰਾਇਣ ਦਾ ਚਿੰਤਨ ਤੇ ਫਿਰ ਮੁਕਤ ਹੋ ਜਾਂਦਾ। ਅੰਤਲਾ ਸਵਾਸ ਉਹਨੇ ਫੈਸਲਾ ਕਰਨਾ। ਜਿਹੜਾ ਪਰਮੇਸ਼ਰ ਦਾ ਭਜਨ, ਇਹ ਦੋਵੇਂ ਤਰੀਕਿਆਂ ਨਾਲ ਸਾਡੀ ਰੱਖਿਆ ਕਰ। ਦੋ ਤਰ੍ਹਾਂ ਦੇ ਪਹਿਰੇ, ਇੱਕ ਜੇਲ੍ਹ 'ਚ ਹੁੰਦੇ ਆ ਪਹਿਰੇਦਾਰ, ਜਿਹੜੇ ਅੰਦਰੋਂ ਕਿਸੇ ਨੂੰ ਬਾਹਰ ਨਹੀਂ ਜਾਂਦੇ। ਇੱਕ ਜਿਹਦੇ ਦਰਬਾਰ ਦੇ ਬਾਹਰ ਖੜੇ ਹੁੰਦੇ ਆ, ਬਾਹਰੋਂ ਕਿਸੇ ਨੂੰ ਨਹੀਂ ਆਉਣ ਦਿੰਦੇ। ਪਹਿਰੇਦਾਰ ਦੋ। ਜੇਲ੍ਹ 'ਚ ਖੜਾ ਹੋਇਆ ਪਹਿਰੇਦਾਰ ਜੇਲ੍ਹ ਵਾਲੇ ਨੂੰ ਕੈਦੀਆਂ ਨਹੀਂ ਜਾਣ ਦਿੰਦਾ, ਔਰ ਕਿਸੇ ਰਾਜ ਦੁਆਰ ਤੇ ਖੜਿਆ ਹੋਇਆ ਕਿਸੇ ਖਾਸ ਮਹਿਲ ਤੇ, ਕਿਉਂਕਿ ਉੱਥੇ ਤਾਂ ਰਾਜੇ ਤੋਂ ਸਵਾਇਆ, ਉਹ ਬਾਹਰੋਂ ਕਿਸੇ ਨੂੰ ਅੰਦਰ ਨਹੀਂ ਆਉਣ ਦਿੰਦਾ। ਜਿਹੜਾ ਪਰਮੇਸ਼ਰ ਭਜਨ ਹੈ ਨਾ, ਇਹ ਦੋਨੇ ਪ੍ਰਕਾਰ ਦਾ। ਬਾਹਰੋਂ ਕਿਸੇ ਮਾੜੇ ਫੁਰ ਸੰਕਲਪ ਨੂੰ ਨਹੀਂ ਆਉਣ ਦਿੰਦਾ, ਤੇ ਅੰਦਰ ਦੀ ਮਲਨ ਬਿਰਤੀ ਨੂੰ ਨਹੀਂ ਉੱਠਣ ਦਿੰਦਾ। ਇਹ ਦੋਵੇਂ ਪਾਸੇ ਕੰਮ ਕਰਦਾ। ਬਾਹਰੋਂ ਕਿਉਂਕਿ ਵਿਕਾਰ ਹੁੰਦੇ ਆ, ਕਾਮ ਵੀ ਬਾਹਰੋਂ ਆਉਂਦਾ, ਕ੍ਰੋਧ ਵੀ ਬਾਹਰੋਂ ਆਉਂਦਾ, ਲੋਭ ਵੀ ਬਾਹਰੋਂ ਆਉਂਦਾ, ਹੰਕਾਰ ਵੀ ਬਾਹਰੋਂ ਆਉਂਦਾ। ਮਲੀਨ ਫੁਰਨੇ ਨੂੰ ਅੰਦਰੋਂ ਆਉਂਦੇ ਆ। ਅੰਦਰ ਨੂੰ ਪਰਮੇਸ਼ਰ ਜਨ ਦਿੰਦਾ, ਬਾਹਰਲੇ ਮਾੜੇ ਵਿਕਾਰਾਂ ਨੂੰ ਅੰਦਰ ਨਹੀਂ ਆਉਣ ਦਿੰਦਾ। ਐਸੀ ਰੱਖਿਆ ਕਰਦਾ ਹੈ। ਔਰ ਉਸ ਭਜਨ ਵਿੱਚ ਸੁਰਤ ਜਦੋਂ ਜੁੜ ਜਾਏ ਤੇ ਫਿਰ ਉਹ ਮੋਕਸ਼ ਵਾਲੇ ਪਾਸੇ, ਮੁਕਤੀ ਪਾਸੇ ਲੈ ਜਾਂਦਾ। ਇਹਨੇ ਦੱਸਿਆ ਮੱਛੀ ਦਾ ਰਿੰਨਿਆ ਸੀ, ਉਹਦੇ ਖਾਣ ਦੀ ਇੱਛਾ ਹੋ ਗਈ, ਸਰੀਰ ਛੁੱਟ ਗਿਆ ਤੇ ਮਾਸ ਖਾਣ ਵਾਲੀ ਇਹ ਜੂਨੀ ਬਗਿਆੜ ਦੀ ਮੈਨੂੰ ਮਿਲ ਗਈ। ਰਹੀ ਬਾਸ਼ਨਾ ਠਹਿਰ ਜਹਾਈ। ਕਿਉਂਕਿ ਜਿੱਥੇ ਵਾਸ਼ਨਾ ਠਹਿਰ ਗਈ ਸੀ, ਕਿਉਂਕਿ ਉੱਥੇ ਰੁਕ ਗਈ ਨਾ, ਸ਼ਾਂਤ ਹੋ ਗਿਆ, ਵਾਸ਼ਨਾ ਠਹਿਰ ਗਈ। ਜਨ ਪੁਰਖ ਤੋਹੇ ਘਰ ਆਵਾ। ਵਾਸ਼ਨਾ ਨੂੰ ਪੂਰਿਆਂ ਕਰਨ ਲਈ ਹੁਣ ਦੂਜਾ ਸਰੀਰ ਲੈਣਾ ਸੀ, ਉਹ ਮਿਲ ਗਿਆ ਬਗਿਆੜ ਦਾ। ਹੁਣ ਮਹਾਰਾਜ ਜੀ ਨੇ ਕਿਰਪਾ ਕੀਤੀ, ਕੋਈ ਮੇਰੇ ਜਿਹੜੇ ਕਰਮ ਸੀ ਉਹ ਅੱਗੇ ਆਏ ਨੇ, ਕਿ ਤੇਰੇ ਘਰ ਜਿਹੜੇ ਆਏ ਨੇ ਨਾ, ਉਹ ਬੜੇ ਵਲੀ ਪੁਰਸ਼, ਉਹ ਮਹਾਨ ਪੁਰਸ਼ ਨੇ ਦੁਨੀਆ, ਜੋ ਤੇਰੇ ਘਰ ਆਏ ਹਨ। ਪਵਿੱਤਰ ਹੈ ਤੈ ਪਾ, ਉਹਨਾਂ ਦੇ ਪਰਮ ਤੇ ਪਵਿੱਤਰ ਦਰਸ਼ਨ ਤੂੰ ਕੀਤੇ ਹਨ। ਦਰਸ਼ਨ ਕਰ ਲੀਨੋ, ਤੂੰ ਦੇ ਦਰਸ਼ਨ ਕੀਤੇ ਨੇ ਤੇ ਵੇ ਕਿੰਨੇ ਨੇ,
ਤੂੰ ਉਹਨਾਂ ਦੇ ਦਰਸ਼ਨ ਕਰਕੇ ਮੇਰੇ ਕੋਲ ਆਇਆ ਤੇ ਮੈਂ ਤੇਰੇ ਦਰਸ਼ਨ ਕੀਤੇ ਹਨ। ਇਉ ਮਾਨੁਖ ਤਨ ਭਾ ਮਨ ਚੀਨੋ। ਤੇਰੇ ਦਰਸ਼ਨ ਕਰਕੇ ਮੈਂ ਮੁਕਤ ਹੋ ਗਿਆ ਤੇ ਦੁਨੀ ਚੰਦ ਤੂੰ ਤਾਂ ਉਹਨਾਂ ਦੇ ਅੱਖ ਮੂਰਤ ਦੇ ਦਰਸ਼ਨ ਕੀਤੇ ਨੇ, ਤੈਨੂੰ ਕੀ ਕੁਝ ਮਿਲ ਗਿਆ ਹੋਵੇਗਾ। ਸਤਿ ਸ੍ਰੀ ਅਕਾਲ। ਤੂੰ ਉਹਨਾਂ ਦੇ ਦਰਸ਼ਨ ਕੇ ਆਇਆ ਤੇ ਮੈਂ ਤੇਰੇ ਦਰਸ਼ਨ ਨੇ ਤੇ ਆ ਸਰੀਰ ਮੇਰਾ ਇੱਕ ਟੁੱਟ ਗਿਆ ਹੈ। ਤੂੰ ਤਾਂ ਉਹਨਾਂ ਦੇ ਦਰਸ਼ਨ ਕਰਕੇ ਆਇਆ। ਤਿੰਨਾਂ ਸੁਆਮੀ ਆਪ ਸਵੈੰ ਪਾਰ ਬ੍ਰਹਮ ਪਰਮੇਸ਼ਵਰ ਹਾਨਾ। ਪੂਰਬ ਕਰਮ ਜਗ ਮੇਰੇ। ਮੇਰੇ ਪੂਰਬਲੇ ਦੇ ਚੰਗੇ ਕਰਮ ਸਨ ਜਿਹੜੇ ਜਾਗੇ ਹਨ। ਆਈ ਬਿਨ ਦੇਰੇ। ਬਿਨਾਂ ਦੇਰੀ ਤੋਂ ਮੈਨੂੰ ਇਹ ਉੱਤਮ ਗਤੀ ਦੀ ਪ੍ਰਾਪਤੀ ਹੋ ਗਈ ਹੈ। ਅਸ ਕਹਿ ਸੁਰਗ ਬਿਖੈ ਚਾਓ। ਕਹਿ ਕੇ ਉਹ ਦੇਵਪੁਰੀ ਨੂੰ ਚਲਾ ਗਿਆ। ਦੁਨੀ ਚੰਦ ਸੁਨ ਅਚਾਇਓ। ਚੰਦ ਨੇ ਸਾਰੀ ਵਿਥਿਆ ਸੁਣੀ, ਸੁਣ ਕੇ ਬੜਾ ਹੈਰਾਨ ਵੀ ਹੋਇਆ। ਹਟ ਕਰ ਸਦਨ ਬਿਖੈ ਚੱਲ ਆਵਾ। ਇਹ ਵਾਪਸ ਹਟ ਕੇ ਪਰਤ ਘਰ ਆਇਆ। ਨਕ ਬੈਸ ਥਾਵਾ। ਜਿੱਥੇ ਦੀਨ ਦੁਨੀਆ ਦੇ ਮਾਲਕ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੈਠੇ। ਕਰ ਬੰਧਨ ਉਸਤਤ ਬਹੁ ਭਾਖੀ। ਸਤਿਗੁਰਾਂ ਤੇ ਬੰਦਨਾ ਕਰਕੇ ਨੇ ਮਹਾਰਾਜ ਜੀ ਦੀ ਉਸਤਤੀ ਕੀਤੀ। ਸ਼ਰਦਾ ਮੈਂ ਭਾ ਅਭਿਲਾਖੀ। ਔਰ ਸਤ ਤੇ ਬੜੀ ਸ਼ਰਧਾ ਰੱਖੀ, ਮਹਾਰਾਜ ਜੀ ਤੇ ਨਾ ਰੱਖੀ। ਕਰ ਈਸ਼ਵਰ ਰੂਪ ਉਜਾਗਰ। ਕਹਿਣ ਲੱਗਾ ਹੇ ਨਾਗਰ, ਨਾਗਰ ਨੇ ਸੁੰਦਰ ਨੂੰ ਕਹਿੰਦੇ ਨੇ ਚਤਰ ਨੂੰ, ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਸੀਂ ਈਸ਼ਵਰ ਹੋ, ਅਪਾਰ ਅਕਾਲ ਪੁਰਖ ਹੋ। ਤੁਮ ਸਮਰੱਥ ਸਰਬ ਸਾਗਰ। ਮਹਾਰਾਜ ਸਮਰੱਥ ਹੋ, ਸਰਬ ਸੁੱਖਾਂ ਦੇ ਸਾਗਰ ਹੋ। ਭਗਤ ਵਸ਼ਲ ਕਰੁਣਾ ਕਰ ਸੁਆਮੀ। ਭਗਤ ਵਛਲ ਹੋ, ਹੇ ਭਗਤ ਵਛਲ ਸੁਆਮੀ ਮੇਰੇ ਤੇ ਕਰੁਣਾ, ਮੇਰੇ ਤੇ ਵੀ ਦਇਆ ਕਰੋ। ਦੀਨ ਬੰਧ ਪ੍ਰਭ ਅੰਤਰ ਜਾਮੀ। ਹੇ ਦੀਨਾਂ ਦੇ ਬੰਧੂ, ਹੇ ਪ੍ਰਭੂ ਅੰਤਰ ਸਤਿਗੁਰੂ। ਸੇਵਾ ਮੁਝ ਮਾਵਹੁ। ਮਹਾਰਾਜ ਜੀ ਮੈਨੂੰ ਆਪਣੀ ਸੇਵਾ ਫਰਮਾਓ, ਮੈਂ ਤੁਹਾਡੀ ਕੀ ਸੇਵਾ ਕਰਾਂ। ਮਹਾਰਾਜ ਮੇਰੇ ਆਪ ਜੀ ਆਏ ਹੋ, ਦਰਸ਼ਨ ਦਿੱਤੇ ਨੇ, ਕਿਰਪਾ ਕਰਕੇ ਲਾਇਕ ਸੇਵਾ ਦੱਸੋ, ਮੈਂ ਕੀ ਸੇਵਾ ਟਹਿਲ ਕਰਾਂ। ਤੁਮ ਸੰਤਨ ਕੇ ਨਿਤ ਚਿਤ ਭਾਵਹੁ। ਮਹਾਰਾਜ ਜੀ ਸੇ ਮਹਾਂਪੁਰਸ਼ਾਂ ਦੇ ਚਿਤ ਭਾ ਜਾਵਾਂ, ਕੋਈ ਐਸੀ ਸੇਵਾ ਦੱਸੋ। ਸੁਨ ਕਰ ਤੇ ਕੋ ਕਰਨ ਕਿਰਤਾਰਥ। ਦੁਨੀ ਚੰਦ ਨੂੰ ਕਰਨ ਵਾਸਤੇ ਜੀ ਨੇ ਦੁਨੀ ਚੰਦ ਦੀ ਬੇਨਤੀ ਸੁਣੀ ਤੇ ਬੋਲੇ ਹਾਰ ਪਰਮਾਰਥ। ਦੁਨੀ ਚੰਦ ਨੂੰ ਪਰਮਾਰਥ ਦੀ ਸੋਝੀ ਦੇਣ ਵਾਸਤੇ ਗਰੀਬ ਨਵਾਜ ਸਾਹਿਬ ਜੀ ਤਰਸ ਦੇ ਘਰ ਵਿੱਚ ਆ ਕੇ ਇਹਨੂੰ ਉਪਦੇਸ਼ ਵਾਸਤੇ ਬੋਲੇ। ਹਮਰੀ ਸੂਚੀ ਰੱਖੋ ਸੰਭਾਰੀ। ਮਹਾਰਾਜ ਜੀ ਦੇ ਹੱਥ ਵਿੱਚ ਇੱਕ ਸੂਈ ਸੀ। ਮਹਾਰਾਜ ਜੀ ਕਹਿੰਦੇ ਲੈ ਦੁਨੀ ਚੰਦ ਹੈ ਸਾਡੀ ਤੇ ਆ ਰੱਖੀ ਹੋਈ ਹੈ, ਕਿਤੇ ਕੋਈ ਚੋਲਾ ਫਟ ਜੇ ਉਹਨੂੰ ਵਾਸਤੇ। ਸੂਈ ਜਿਹੜੀ ਹੈ ਇਹ ਤੂੰ ਆਪਣੇ ਕੋਲ ਰੱਖ ਲੈ ਲੈ ਵਹਿੰਗੇ ਤੇ ਅਗਲੇ ਤੇਰੇ ਕੋਲੋਂ ਲੈ ਲਵਾਂਗੇ। ਪਰਲੋਕ 'ਚ ਇਹ ਸਾਂਭ ਕੇ ਰੱਖੀ ਆਪਣੇ ਕੋਲ, ਗਵਾਈ ਤੇ ਅਗਲੇ ਜਹਾਨ ਪਰਲੋਕ ਵਿੱਚ ਤੇਰੇ ਕੋਲੋਂ ਲੈ ਲਵਾਂਗੇ। ਇਹ ਹਮਾਰੀ ਸੇਵਾ ਦੀ ਤੋਹੀ। ਆਹੀ ਸੇਵਾ, ਜੇ ਤੂੰ ਪੁੱਛਿਆ ਨਾ ਵੀ ਸੇਵਾ ਆਹੀ ਸੇਵਾ ਸਾਡੀ ਕਰ, ਤੇਰੇ ਮਨ ਨੂੰ ਹੈ। ਔਰ ਨ ਕਛ ਅਬਿਲਾਖਾ ਮੋਹੀ। ਹਾਂ ਹੋਰ ਆਖਾ ਨਹੀਂ ਹੈ ਸਾਨੂੰ, ਹੋਰ ਨਹੀਂ। ਸੁਨ ਕੀ ਚੰਦ ਨਾ ਜੀ ਦੇ ਬਚਨ ਦੁਨੀ ਚੰਦ ਨੇ ਲੈ ਸੂਚੀ ਗਮਨਿਓ ਨਿਜ ਐਨਾ। ਮਾਂ ਕੋਲੋਂ ਸੂਈ ਲੈ ਕੇ ਆਪਣੀ ਘਰ ਵਾਲੀ ਕੋਲ ਗਿਆ। ਕਹੈ ਸੋ ਬਚ ਸੋਈ। ਘਰ ਵਾਲੀ ਕੇ ਕਹਿਣ ਲੱਗਾ ਇਹ ਸੂਚੀ ਰੱਖ ਜਾ ਹੋਈ। ਕਹਿਣ ਲੱਗਾ ਭਾਗਵਾਨੇ ਸੁਮਤੇ ਏਦਾਂ ਕਰ, ਭਾਰ ਜਾ ਆ ਸੂਈ ਜਿਹੜੀ ਹੈ ਤੂੰ ਆਪਣੇ ਕੋਲ ਸਾਂਭ ਕੇ ਰੱਖ ਲੈ, ਕਿਤੇ ਗਵਾਚ ਨਾ ਜਾਏ, ਚੰਗੀ ਤਰ੍ਹਾਂ ਕਾਣੇ ਤੇ ਸਾਂਭ ਕੇ ਰੱਖੀ। ਕੇ ਮਾਹੀ। ਇਹ ਗੁਰਦੇਵ ਨੇ ਦਿੱਤੀ ਆ
ਸਾਹਿਬ ਨੇ ਤੇ ਉਹਨਾਂ ਨੇ ਸੂਈ ਮੇਰੇ ਕੋਲੋਂ ਅੱਗੇ ਪਰਲੋਕ ਵਿੱਚ ਲੈਣੀ, ਅਪਰ ਸਥਾਨ ਲੇਤ ਸੋ ਨਾਹੀ। ਕਿਤੇ ਨਹੀਂ ਲੈਣੀ ਉਹਨਾਂ ਨੇ ਸੂਈ, ਉਹ ਕਹਿੰਦੇ ਪਰਲੋਕ ਲਵਾ ਰੱਖ ਕੀ ਪ੍ਰਕਾਰ ਸੰਭਾਰੀ। ਇਸ ਕਰਕੇ ਭਾਗਵਾਨ ਨੂੰ ਤੂੰ ਸਾਂਭ ਚੰਗੀ ਤਰੀਕੇ ਨਾਲ ਰੱਖ ਦੇਈਂ। ਤਬ ਦੈ ਹੈ ਜਬ ਲੇਹ। ਜਦੋਂ ਅੱਗੇ ਉਹ ਮੰਗਣਗੇ ਨਾ ਤੇ ਫਿਰ ਆਪਾਂ ਉਹਨਾਂ ਨੂੰ ਇਹ ਦੇ ਦਿਆਂਗੇ। ਸੁਨਤੇ ਤੀय ਕਹੇ ਐਸੇ। ਸੁਣ ਕੇ ਦੀ ਘਰ ਵਾਲੀ ਸਿਆਣੀ ਸੁਮਤੀ ਉਹ ਬੋਲੀ, ਆਗੇ ਲੈ ਜਾਵੋਗੇ ਕੈਸੇ। ਕਹਿਣ ਲੱਗੀ ਪਤੀ ਦੇਵ ਜੀ ਕਿੰਨੇ ਭੋਲੇ। ਉਹਨਾਂ ਕਹਿ ਦਿੱਤਾ ਤੁਸੀਂ ਸਤ ਬਚਨ ਕਰਕੇ ਭਲਾ ਇਹ ਦੱਸੋ ਵੀ ਅੱਗੇ ਤੁਸੀਂ ਲੈ ਕੇ ਕਿਵੇਂ ਜਾਣੀ ਹੈ ਸੂਈ। ਘਰ ਵਾਲੀ ਕਹਿੰਦੀ ਪਤੀ ਕਿੰਨੇ ਭੋਲੇ ਹੋ, ਗੁਰੂ ਸਾਹਿਬ ਨੇ ਤੁਹਾਨੂੰ ਤਾਂ ਸਤ ਬਚਨ ਕਹੇ ਘਰ, ਪਰ ਇਹ ਦੱਸੋ ਵੀ ਤੁਸੀਂ ਇਹ ਸੂਈ ਅੱਗੇ ਦੇ ਕਿਵੇਂ। ਨਿਤ ਸੰਗੀ ਜੋ ਦੇਹ ਵਿਚਾਰੀ। ਆ ਜਿਹੜੀ ਦੇਹ ਹੈ ਇਹ ਨਾਲ ਰਹਿੰਦੀ ਹੈ ਹਮੇਸ਼ਾ, ਇਹ ਜਨਮ ਤੋਂ ਲੈ ਕੇ ਮਰਨ ਤੱਕ ਨਾਲ ਹੈ। ਉਹ ਭੀ ਜਾਏ ਨਾ ਸਕੈ ਅਗਾਰੀ। ਅੱਗੇ ਤਾਂ ਇਹ ਜਾਣੀ, ਇਹ ਨਹੀਂ ਜਾਣਾ। ਸੁਨ ਵਿਚਾਰ ਕਰ ਸੋ ਲੈ ਆਵਾ। ਤੇ ਫਿਰ ਇਹ ਸੂਈ ਕਿਵੇਂ ਲੈ ਕੇ ਜਾਓਗੇ ਉੱਥੇ। ਬਾਨੇ ਵੀ ਮੈਂ ਸਾਹਿਬ ਨੇ ਸਤ ਬਚਨ ਕਹਿ ਕੇ ਲੈ, ਮੈਂ ਸੋਚੀ ਨਹੀਂ, ਇਹ ਤਾਂ ਮੈਂ ਵਿਚਾਰੀ ਨਹੀਂ। ਉਸੇ ਵੇਲੇ ਲੈ ਕੇ ਵਾਪਸ ਸਤਿਗੁਰਾਂ ਕੋਲ ਆਇਆ। ਆਸ ਬੈਸ ਕਰ ਬਚਨ ਅਲਾਵਾ। ਸਤਿਗੁਰੂ ਕੋਲ ਆ ਕੇ ਬੋਲਿਆ, ਦੁਨੀ ਚੰਦ ਕਹਿਣ ਲੱਗਾ, ਨਹਿ ਇਹ ਸੂਚੀ ਜਾਵੇ। ਅੱਜ ਇਹ ਸੋਚ ਕੇ ਜਾਣੀ ਨਹੀਂ, ਤੁਸੀਂ ਤਾਂ ਚੰਗਾ ਮਖੌਲ ਕੀਤਾ ਜੀ ਮੇਰੇ ਨਾਲ, ਇਹ ਤਾਂ ਅੱਗੇ ਜਾਣੀ ਨਹੀਂ। ਇਹ ਤੇ ਨ ਆਵੇ। ਮਹਾਰਾਜ ਇਹ ਸੇਵਾ ਨਹੀਂ ਮੇਰੇ ਕੋਲੋਂ ਹੋਣੀ, ਅਸੀਂ ਵੀ ਕਰ ਸਾਡੀ। ਮਹਾਰਾਜ ਇਹ ਸੇਵਾ ਤਾਂ ਮੇਰੇ ਕੋਲੋਂ ਹੋਣੀ ਨਹੀਂ, ਇਹ ਤਾਂ ਅੱਗੇ ਜਾਣੀ ਨਹੀਂ। ਬੋਲੇ ਤੇਸ਼ਾ। ਸੁਣ ਕੇ ਜਗਤ ਦੇ ਈਸ਼ਵਰ ਸਤਿਗੁਰੂ ਪਾਇਓ ਸਮੈ ਦੇ ਨ ਉਪਦੇਸ਼ਾ। ਮਹਾਰਾਜ ਜੀ ਨੇ ਵੇਖਿਆ ਹੁਣ ਲੋਹਾ ਤਾਤਿਆ, ਹੁਣ ਹਥੌੜਾ ਮਾਰੀਏ, ਹੁਣ ਲੋਹਾ ਤਪਿਆ ਹੋਇਆ ਮਾਰੀਏ, ਜਿਵੇਂ ਢਾਲਾਂਗੇ ਢਲ ਜਾਏਗਾ। ਪਾਤਸ਼ਾਹ ਨੇ ਵੇਖਿਆ ਹੈ ਉਪਦੇਸ਼। ਮਹਾਰਾਜ ਜੀ ਹੁਣ ਬੋਲੇ, ਹੁਣ ਦੇਣ ਲੱਗੇ ਨੇ ਉਪਦੇਸ਼। ਗੁਰ ਤੁਠੈ ਹਰ ਉਪਦੇਸਿਆ, ਹਰ ਭੇਟਿਆ ਰਾਓ ਨਸੰਗ। ਮਹਾਰਾਜ ਸਪਤ ਲੱਖ ਤੈ ਸੰਚਿਓ ਦਰਬਾਰ। ਮਹਾਰਾਜ ਜੀ ਕਹਿੰਦੇ ਦੁਨੀ ਚੰਦ 7 ਰੁਪਈਆ ਜੋੜ ਕੇ ਰੱਖਿਆ ਤੂੰ ਆਪਣੇ ਘਰ। 7 ਰੁਪਈਆ ਉਹਨਾਂ ਵੇਲਿਆਂ 'ਚ ਜੋੜ ਕੇ ਰੱਖਣਾ ਬੜਾ ਮਾਇਨੇ ਰੱਖਦਾ ਸੀ। ਮਹਾਰਾਜ ਜੀ 7 ਲੱਖ ਰੁਪਈਆ ਤੂੰ ਜੋੜ ਕੇ ਰੱਖਿਆ ਹੋਇਆ, ਕੈਸੇ ਲੈ ਜਾਵਹਿ ਸਰਬਾਰ। ਜੇ ਆ ਸੂਈ ਨਹੀਂ ਲੈ ਕੇ ਜਾ ਸਕਦਾ ਤੇ ਉਹ ਕਿਵੇਂ ਲੈ ਕੇ ਜਾਏਗਾ ਤੂੰ ਜਿਹੜਾ ਜੋੜਿਆ 7 ਰੁਪਈਆ ਜੋੜ ਕੇ ਆਪਣੇ ਪਾਸ ਰੱਖਿਆ। ਜੇ ਆ ਸੂਈ ਕੇ ਲਿਜਾ ਸਕਦਾ ਉਹ ਕਿਵੇਂ ਲੈ ਕੇ ਜਾਏਗਾ। ਧਨ ਕੋ ਸੰਚ ਕਰ ਹੈ ਬਹੁ ਕਲ ਮਲ। ਪਾਪ ਠੱਗੀਆਂ ਕਰਕੇ ਧਨ ਇਕੱਠਾ ਕਰਦਾ, ਕਿਉਂਕਿ ਬਣੀਆਂ ਸੀ ਕਈ ਤਰ੍ਹਾਂ ਦੇ ਛਲ ਫਰੇਬ ਕਰਕੇ ਇਕੱਠਾ ਕਰਦਾ ਸੀ। ਪਾਤਸ਼ਾਹ ਵੇਖੋ ਕੈਸੀ ਸੁੰਦਰ ਪਾਤਸ਼ਾਹ ਸਮਾਜ ਸਿਰਜਣ ਵਾਲੀ ਸੋਚ ਬਖਸ਼ਦੇ। ਇਤਨਾ ਇਕੱਠਾ ਕਰਕੇ ਮਿੱਟੀ 'ਚ ਰੱਖਿਆ, ਕਿਸ ਕੰਮ ਆ ਰਿਹਾ। ਉਹ ਸਮਾਜ ਵਿੱਚ ਵਰਤੇਗਾ, ਲੋਕਾਂ ਦੇ ਵਿੱਚ ਵਰਤੇਗਾ, ਉਹਨਾਂ ਦਾ ਕੁਝ ਫਾਇਦਾ ਲਾਭ ਹੋਵੇਗਾ, ਗਰੀਬੀ ਤੋਂ ਭਰਨਗੇ, ਲੋੜਵੰਦਾਂ ਦੀਆਂ ਪੂਰੀਆਂ ਹੋਣਗੀਆਂ, ਫਿਰ ਇਹ ਪਾਪ ਕਰਮ ਤੋਂ ਬਚੇ। ਕਿਉਂਕਿ ਪਾਪਾਂ ਤੋਂ ਬਿਨਾਂ ਤਾਂ ਨਹੀਂ ਇਕੱਠਾ ਹੋ ਸਕਦਾ ਸੀ, ਪਾਪਾਂ ਬਾਝੋਂ ਹੋਵੇ ਨਹੀਂ, ਪਾਪ ਨਾ ਤਾਂ ਇਕੱਠਾ ਹੋਣਾ। ਤੋ ਇਸ ਕਰਕੇ ਮਹਾਰਾਜ ਜੀ ਉਪਦੇਸ਼ ਦੇ ਨੇ, ਕਹਿੰਦੇ ਹੋ ਤੂੰ ਪਾਪ ਕਰਕੇ ਕਲਬਲ ਕਰਕੇ ਇਕੱਠਾ ਹੋਇਆ। ਬੋਲੇ ਕੂੜ ਕਰਤ ਹੈ ਛਲ ਬਲ। ਝੂਠ ਸਾਰਾ ਦਿਨ ਦੁਕਾਨਦਾਰੀ ਵਿੱਚ ਬਹਿ ਕੇ ਛਲ ਬਲ ਕਰਕੇ ਕਈ ਨਾਲ ਆਗੇ ਸੰਗ ਨਾ ਹੋਤ ਸਹ। ਇਹ ਇਕੱਠਾ ਕਰਕੇ ਰੱਖਿਆ, ਇਹ ਤਾਂ ਸੰਗ ਹੋਣਾ ਨਾ, ਇਹਨੇ ਸਹਾਇਤਾ ਕਰਨੀ ਹੈ। ਸੰਚਤ ਔਦ ਬਿਹਾਈ। ਇਹਨੂੰ ਇਕੱਠਾ ਕਰਦਿਆਂ ਕਰਦਿਆਂ ਤੂੰ ਆਪਣੀ ਸਾਰੀ ਕਰ ਦਿੱਤੀ ਹੈ। ਪਰ ਧਨ ਅੰਮ੍ਰਿਤ ਸੋ। ਇਹ ਮੌਤ ਜਦੋਂ ਆ ਗਈ ਨਾ,
ਦੁਨੀ ਚਾਹੁੰਦੇ ਧਨ ਇੱਥੇ ਹੀ ਪਿਆ ਰਹਿ ਜਾਣਾ, ਇਹ ਪਿਆ ਰਹਿ ਜਾਣਾ, ਇਹਦਾ ਰਖ ਕਿਸੇ ਦੂਜੇ ਨੇ ਬਣ ਜਾਣਾ। ਕਰਤ ਪਾਪ ਸੋ ਜੀਵ ਪੁੰਚਾਈ। ਜਿਹੜੇ ਪਾਪ ਜੀਵ ਨੇ ਕੀਤੇ ਹੋਏ ਨੇ ਉਹੀ ਫਿਰ ਅੱਗੇ ਜੀਵ ਭੁਗਤਣੇ ਪੈਣੇ ਆ। ਇਹਨੇ ਨਹੀਂ ਜਾਣਾ, ਪਰ ਇਹਨੂੰ ਇਕੱਠਾ ਕਰਨ ਪਾਪ ਕੀਤੇ ਐ ਉਹ ਜ਼ਰੂਰ ਅੱਗੇ। ਸਰਿਓ ਦਰਬ ਤੇ ਕੌਣ ਫਿਰ ਦੱਸ ਇਸ ਪੈਸੇ ਨਾਲ ਕਿਹੜਾ ਕੰਮ ਸਵਰਿਆ ਭਾਈ, ਕਿਹੜਾ ਕਾਰਜ ਸਵਰਿਆ? ਕੇ ਦੁਖ ਧਾਮਾ। ਕਿਉਂਕਿ ਜੇ ਪੁੰਨ ਕਰਮ ਨਹੀਂ ਕੀਤੇ ਤੇ ਫਿਰ ਦੁੱਖ ਹੀ ਦੁੱਖ ਹੋਣਗੇ। ਦੁਨੀ ਚੰਦ ਸੁਨ ਗਿਰਾ ਉਚਾਰੀ। ਦੁਨੀ ਹੱਥ ਜੋੜੇ ਤੇ ਬੋਲਿਆ, ਇਸ ਪ੍ਰਕਾਰ ਸੰਗ ਜਾਏ ਅਗੀ। ਮਹਾਰਾਜ ਜੀ ਫਿਰ ਅੱਗੇ ਕਿਵੇਂ ਜਾਏਗਾ? ਸੋ ਕਰੁਣਾ ਕਰ ਮੁਝੈ ਬਤਾ। ਮਹਾਰਾਜ ਕਿਰਪਾ ਕਰਕੇ ਮੈਨੂੰ ਜਾਣ ਉਪਦੇਸ਼ ਦ੍ਰਿੜਾਵੋ। ਮੈਨੂੰ ਆਪਣਾ ਦੀਨ ਸੇਵਕ ਜਾਣ ਕੇ ਆਪਣਾ ਉਪਦੇਸ਼ ਦ੍ਰਿੜ ਕਰਾਵੋ। ਗੁਰੂ ਪਨੈ ਸੁਨੀਏ ਦੇ ਚੀਤਾ। ਮਹਾਰਾਜ ਜੀ ਬੋਲੇ, ਕਹਿੰਦੇ ਸੁਣ ਦੁਨੀ ਚੰਦ, ਇਸ ਪ੍ਰਾਨੀ ਕੇ ਮਿੱਤਾ। ਮਹਾਰਾਜ ਜੀ ਕਹਿੰਦੇ ਇਸ ਪ੍ਰਾਣੀ ਦੇ ਮਿੱਤਰ ਦੱਸੇ ਜਾਂਦੇ ਨੇ। ਦਰਬ ਪਰਿਵਾਰ ਲਖ ਲੀਜੈ। ਪਹਿਲਾ ਧਨ ਹੈ, ਦੂਸਰਾ ਪਰਿਵਾਰ ਹੈ ਤੇ ਤੀਸਰਾ ਧਨ। ਜਸ ਸੰਗੀ ਤਸ ਦਸ਼ਾ ਸੁਨ। ਇਹ ਜਿਵੇਂ ਸੰਗੀ ਨੇ, ਜਿਵੇਂ ਮਿੱਤਰ ਕਹੇ ਜਾਂਦੇ ਨੇ ਤੈਨੂੰ ਦੱਸਦੇ ਹਾਂ। ਜਬ ਲੋ ਪ੍ਰਾਨ ਰਹੈ ਤਨ ਮਾਹੀ। ਜਦੋਂ ਤੱਕ ਇਸ ਪ੍ਰਾਣ ਦੇ ਹਨ ਤਬ ਨ ਮਿਤ ਬਹਰੋ ਨਾਹੀ। ਉਦੋਂ ਤੱਕ ਧਨ ਮਿੱਤਰ, ਉਦੋਂ ਤੱਕ ਜਿਹੜਾ ਪੈਸਾ ਹੈ ਉਹ ਮਿੱਤਰ ਹੈ। ਲੇਤ ਸੰਭਾਰ ਅਪਰ ਹੀ ਜਾਂ ਕੋ। ਉਹ ਸਰੀਰ ਚ ਆਣ ਤੇ ਜੇਬ ਆਇਆ ਪੈਸਾ ਕੱਢ ਕੇ ਪਹਿਲਾਂ ਜੇਬਾਂ ਖਾਲੀ ਕਰਦੇ। ਆ ਜਿਹੜੀਆਂ ਉਂਗਲੀ ਚ ਪਾਈਆਂ ਨੇ ਨਾ ਹੀਰਿਆਂ ਨਾਲ ਮੜ ਮੜ ਕੇ, ਜੇ ਨਾ ਨਿਕਲੀਆਂ ਤੇ ਅਗਲਿਆਂ ਨੇ ਉਂਗਲੀਆਂ ਖੋਤਰ ਖੋਤਰ ਕੇ ਕੱਢ ਲੈਣੀਆਂ। ਜਿਹੜੀਆਂ ਪਹਿਲੋਂ ਖਾਲੀ, ਧਨ ਦਾ ਮਿੱਤਰ ਜਿਹੜੇ ਹੋਰ ਨੇ ਉਹਨਾਂ ਨੇ ਆਣ ਕੇ ਬਣ ਜਾਣਾ। ਕਲ ਮਲ ਕੀਏ ਹਿਤ ਜਾਂ ਕੋ। ਜਿਸ ਲਈ ਤੂੰ ਇਹ ਕਲਮਲ ਕੀਤੇ ਨੇ, ਜੇ ਪਾਪ ਕੀਤੇ ਨੇ, ਤਨ ਹਤੀਕ ਪਰ ਉਹ ਸਾਰਾ ਇਦਾਂ ਹੀ ਇੱਕਦਮ ਸਰੀਰ ਦੇ ਪਹਿਲਾਂ ਇਹੀ ਛੁੱਟਣਾ। ਦੂਜੇ ਨੇ ਆਰਦੇ ਜੀ, ਇਹ ਵੀ ਮਿੱਤਰ, ਇਹ ਉੱਥੇ ਤੱਕ ਨੇ ਜਦੋਂ ਤੱਕ ਸਾੜ ਕੇ ਸੁਆਹ ਨਹੀਂ ਕਰ ਦਿੰਦੇ। ਇਹ ਥੋੜਾ ਜਿਹਾ ਅੱਗੇ ਤੱਕ ਜਾਂਦੇ ਆ, ਧਨ ਪਹਿਲਾਂ ਹੀ ਛੱਡ ਜਾਂਦਾ। ਤਨ ਨੂੰ ਰਿਸ਼ਤੇਦਾਰ ਦੂਸਰੇ ਮਿੱਤਰ ਨੇ ਜਿਹੜੇ ਸ਼ਮਸ਼ਾਨ ਭੂਮੀ ਤੱਕ, ਚਿਖਾ ਤੱਕ ਸਾੜਨ ਤੱਕ ਨਾਲ ਜਾਂਦੇ ਨੇ। ਪੁੰਨ ਤ੍ਰਿਨ ਤੋ ਰਹਿ ਆਏ ਅਗਾਰਾ। ਫਿਰ ਉੱਥੇ ਤਿਣਕਾ ਜਿਹਾ ਤੋੜ ਕੇ ਏਦਾਂ ਅੱਗ 'ਚ ਸੁੱਟਦਿਆਂ ਕਹਿੰਦੇ, ਚੰਗਾ ਭਾਈ ਤੇਰੇ ਨਾਲੋਂ ਸਾਡੀ ਟੁੱਟੀ, ਇੰਨੀ ਕੁ ਸੀ ਤੇਰੇ ਨਾਲ। ਉੱਥੇ ਹੀ ਹੁਣ ਨਾ ਤੂੰ ਸਾਡਾ ਸੰਬੰਧੀ ਤੇ ਨਾ ਅਸੀਂ ਤੇਰੇ। ਉਦੋਂ ਇਹ ਭੈ ਹੋ ਜਾਂਦਾ ਮਨ 'ਚ ਵੀ ਜੇ ਹੁਣ ਕਿਤੇ ਕਹਿ ਦਿੱਤਾ ਵੀ ਤੂੰ ਸਾਡਾ ਮਿੱਤਰ ਤੇ ਕਿਤੇ ਪਿੱਛੇ ਹੀ ਨਾ ਇਹਦੀ ਰੂਹ ਟੁਰ ਕੇ ਆ ਜਾਏ। ਕਹਿੰਦੇ ਹੁਣ ਨਹੀਂ ਤੂੰ ਸਾਡਾ ਮਿੱਤ, ਨਾ ਅਸੀਂ ਤੇਰੇ ਮਿੱਤ, ਇੱਥੇ ਤੱਕ ਹੀ ਸੀ। ਹਾਂਜੀ, ਆਗੇ ਕੋਈ ਨ ਸੰਗ ਸਹਾਈ। ਅੱਗੇ ਫਿਰ ਕੋਈ ਸੰਬੰਧੀ, ਕੋਈ ਮਿੱਤਰ, ਕੋਈ ਵੀ ਰਿਸ਼ਤੇਦਾਰ ਪੁੱਤ ਧੀ ਨਾਲ ਨਹੀਂ ਜਾਂਦਾ। ਜਿਨ ਸੋ ਹਿਤ ਕਰ ਔਦ ਬਿਤਾਈ। ਜਿਨ੍ਹਾਂ ਨਾਲ ਹਿੱਤ ਕਰਕੇ ਬੰਦਾ ਸਾਰੀ ਜ਼ਿੰਦਗੀ ਬਤੀਤ ਕਰਦਾ। ਤੀਜੇ ਕਰਮ ਮੀਤ ਇਸ ਕੇਰੇ। ਤੀਜੇ ਨੇ ਇਹਦੇ ਮਿੱਤਰ ਕਰਮ, ਜਿਹੜੇ ਨੇ ਕਰਮ ਕੀਤੇ ਨੇ, ਇਹ ਤੀਜੇ ਮਿੱਤਰ ਹਨ। ਸੇ ਨਿਤ ਸੰਗੀ ਜਾਹੇ ਅਗੇ। ਉਹ ਨਿਤ ਸੰਗੀ ਨੇ, ਉਹਨਾਂ ਨੇ ਅੱਗੇ ਵੀ ਜਾਣਾ। ਜਿਹੜੇ ਕਰਮ ਕੀਤੇ ਨੇ, ਚਾਹੇ ਉਹ ਚੰਗੇ ਨੇ ਚਾਹੇ ਮਾੜੇ ਨੇ, ਉਹ ਜ਼ਰੂਰ ਜਾਣੇ ਨੇ ਨਾਲ ਅੱਗੇ। ਬੁਰੇ ਕੇ ਭਲੇ ਕਰੇ ਜੈਸੇ। ਉਹ ਭਾਵੇਂ ਬੁਰੇ ਕੀਤੇ ਨੇ ਤੇ ਭਾਵੇਂ ਭਲੇ ਨੇ, ਉਹ ਅੱਗੇ ਨਾਲ ਚੱਲਣਗੇ। ਫਲ ਦੇਵੈ ਤਸ ਹਟੈ ਨ ਕੈਸੇ। ਵੀ ਉਹਨਾਂ ਨੇ ਫਲ ਦੇਣਾ, ਉਹ ਹਟਦੇ ਨਹੀਂ ਹਨ। ਉਦੋਂ ਤੱਕ ਨਹੀਂ ਹਟਦੇ ਜਦੋਂ ਨੂੰ ਫਲ ਨਹੀਂ, ਚਾਹੇ ਉਹ ਚੰਗੇ ਕਰਮ ਨੇ ਚਾਹੇ ਮਾੜੇ ਨੇ, ਉਹਨਾਂ ਨੇ ਫਲ ਦੇਣਾ ਹੀ ਦੇਣਾ। ਉਦੋਂ ਤੱਕ ਦੇ ਜਦੋਂ ਤੱਕ ਫਲ ਨਹੀਂ ਦਿੰਦੇ। ਸਬਿਦ ਹਿਰਦੈ ਵਿਚਾਰ ਕਰੀ। ਇਸ ਤਰ੍ਹਾਂ ਦੀ ਵਿਚਾਰ ਆਪਣੇ ਹਿਰਦੇ ਵਿੱਚ ਕਰ ਲੈ ਦੁਨੀ। ਦਰਬ ਭਲੇ ਕਰ ਮਨ ਮੈਂ ਦੀਜੈ। ਦਰਬ ਹੈ ਤਾਂ ਨੂੰ ਭਲੇ ਕੰਮਾਂ ਚ ਲਾ ਦੇ, ਫਿਰ ਉਹ ਭਲੇ ਕਰਮ ਤੇਰੇ ਨਾਲ ਤੇ ਅੰਤਸ਼ ਸ਼ੁੱਧ ਕਰ ਦੇਣਗੇ। ਇਕੱਠਾ ਨੂੰ ਪਰਉਪਕਾਰ ਵਿੱਚ ਲਾ ਦੇ। ਆਗੇ ਮੈਂ ਤੋਹੇ
ਇਹ ਜਿਹੜਾ ਕਰਮ ਕਰੇਗਾ ਨਾ ਤੂੰ ਕਰੇਗਾ, ਇਹੀ ਕਰਮ ਤੇਰੇ ਆਈ ਹੋਣਗੇ। ਸਤਿ ਜਪੀਐ ਲਿਵ ਲਾ। ਪਰ ਇਹਨਾਂ ਕਰਮਾਂ ਦੇ ਨਾਲ ਨਾਲ ਸੱਚਾ ਨਾਮ ਜ਼ਰੂਰ ਜਪਣਾ ਦੁਨੀ ਚੰਦ। ਨਾਮ ਦੀ ਕਮਾਈ ਜਿਹੜੀ ਆ ਉਹ ਵੀ ਜ਼ਰੂਰ ਹੈ। ਸਤ ਸੰਗ ਮਿਲਾਪਾ। ਔਰ ਦੋਵੇਂ ਵੇਲੇ ਸਤ ਸੰਗ ਵਿੱਚ ਜਾ ਕੇ ਕਥਾ ਕੀਰਤਨ ਸੁਣਨਾ। ਤਜੀਏ ਅਪਰ ਬਿਕਾਰ ਕਲਾਪਾ। ਆ ਜਿਹੜੇ ਵਿਕਾਰ ਕਲਾਪ ਤੇ ਛੱਡ ਦੇ। ਇਸ ਪ੍ਰਕਾਰ ਸੁਨ ਬਾਣੀ। ਇਸ ਪ੍ਰਕਾਰ ਦੁਨੀ ਚੰਦ ਨੇ ਸਤਿਗੁਰੂ ਜੀ ਦੇ ਬਚਨ ਸੁਣੇ। ਚੰਦ ਮਨ ਮੈਂ ਭਲ ਮਾਨੀ। ਭਲਾ ਕਰਕੇ ਮੰਨਿਆ। ਅਧਿਕ ਦਰਬ ਕਟ ਜੇਤੋ। ਆਨੇ ਨੇ ਇਕੱਠਾ ਕੀਤਾ ਸੀ। ਸੰਤਨ ਹਿਤ ਖਰਚਿਓ ਸਭ ਤੇ ਤੋ। ਸਤਿਪੁਰਸ਼ਾਂ ਵਾਸਤੇ ਉਸ ਧਨ ਨੂੰ ਖਰਚਣਾ ਸ਼ੁਰੂ ਕਰ ਦਿੱਤਾ। ਜੇ ਤਾਂ ਜਾਣਦੇ ਰੰਗ ਏਕ ਕਹਿੰਦੇ ਤਾਂ ਬੜਾ ਸਸਤਾ ਸੌਦਾ ਹੈ। ਜੇ ਧਨ ਦੇ ਦੀ ਪ੍ਰੀਤ ਮਿਲਦੀ ਹੈ ਤੇ ਫਿਰ ਤਾਂ ਬੜਾ ਸਸਤਾ ਸੌਦਾ। ਜਾਣਦੇ ਹੋ ਇਹ ਦੁਨੀ ਚੰਦ ਨੇ ਵਿੱਚ ਖਰਚਿਆ। ਅਨੇਕ ਪ੍ਰਕਾਰ ਕਰਾਏ ਭੋਜਨ ਲਾ ਦਿੱਤੇ ਲੋੜਵੰਦਾਂ ਵਾਸਤੇ। ਸੰਤੋ ਪ੍ਰਸੰਨ ਜਿਵਾਰਾ। ਸਤਿਪੁਰਸ਼ਾਂ ਵਿਆਹ ਭੋਜਨ ਛਕਾ ਕੇ ਪ੍ਰਸੰਨ। ਬਹੁਤੇ ਬਸ ਆਏ ਪਹਿਰਾਏ। ਕੱਪੜਿਆਂ ਦਾ ਲੰਗਰ ਲਾ ਦਿੱਤਾ। ਜਿਹਦੇ ਕੋਲ ਕਿਸੇ ਉਹਨੂੰ ਸਵਾਦ ਕੱਪੜੇ ਦਾਨ ਕੀਤੇ। ਮਿਲ ਸਤ ਸੰਗਤ ਸਮਾ ਬਿਤਾਏ। ਨਾਲੇ ਭਲਾ ਕਰਦਾ ਵਿੱਚ ਬਹਿ ਕੇ ਸਮਾਂ ਬਤੀਤ ਕਰਦਾ। ਨਾਲੇ ਜਿਹੜੀ ਇਹਦੀ ਕਿਰਤ ਆ ਉਹ ਵੀ ਕਰਨ ਲੱਗ ਪਿਆ। ਧਰਮ ਦੀ ਕਿਰਤ ਕਰਦਾ। ਸਿਮਰਹਿ ਵਾਹਿਗੁਰੂ ਸਤਨਾਮੂ। ਸਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਇਹਦਾ ਜਾਪ ਸਨਾ ਤੋਂ ਜਪਦਾ ਹੈ। ਤਜੇ ਬੇਅਰਥ ਜੇ ਕਰਕੇ ਕਾਮੂ। ਜਿਹੜੇ ਵਿਅਰਥ ਕਾਲ ਸਾਰੇ ਉਹ ਛੱਡ ਦਿੱਤੇ। ਭਾਨਿਹਾ ਕਾਲ ਬਿਸ਼ਾਲਾ। ਔਰ ਨਿਹਾਲ ਹੋ ਗਿਆ। ਤਾਤ ਕਾਲ ਉਸ ਨਿਹਾਲ ਹੋ ਗਿਆ। ਦੇਸ਼ ਤੋ ਦਇਆਲਾ। ਦੇਸ਼ ਗੁਰੂ ਨਾਨਕ ਸਾਹਿਬ ਦਾ ਉਹ ਉਪਦੇਸ਼ ਨੇ ਆਪਣੇ ਹਿਰਦੇ 'ਚ ਵਸਾ ਲਿਆ। ਆਪਣੇ ਹਿਰਦੇ 'ਚ ਧਾਰਨ ਜਿਸ ਤੇ ਹੋਏ ਬੇਦਨੀ। ਧੰਨ ਗੁਰੂ ਨਾਨਕ ਸਾਹਿਬ ਦੁਨੀ ਕਰਤਾ ਔਖੀ ਘਾਟੀ ਸੀ। ਸਾਰੀ ਜ਼ਿੰਦਗੀ ਇਕੱਠਾ ਕੀਤਾ ਸੀ ਧਨ। ਇੱਕਦਮ ਉਹਨੂੰ ਛੱਡਣ ਵਾਸਤੇ ਕਿਤਨਾ ਜਗ੍ਹਾ। ਗੁਰੂ ਸਾਹਿਬ ਜੀ ਦਾ ਉਪਦੇਸ਼ ਕਿਸ ਤਰੀਕੇ ਅਪਣਾਇਆ ਦੁਨੀ ਚੰਦ ਨੇ ਕਿ ਉਹਦੇ ਨਾਲ ਪਰਉਪਕਾਰ ਵਾਲੇ ਧਨ ਨੂੰ ਲਾ ਦਿੱਤਾ। ਇਹ ਤਿਆਗ ਤੋਂ ਬਿਨਾਂ ਖੇਡ ਨਹੀਂ ਸੀ ਬਣਨੀ। ਜੇ ਮਮਤਾ ਹੁੰਦੀ ਤੇ ਫਿਰ ਗੁਰੂ ਸਾਹਿਬ ਜੀ ਦੀ ਦੇ ਚ ਨਹੀਂ ਸੀ ਵਰਤਣੀ। ਇਸ ਕਰਕੇ ਤਿਆਗ ਕਰਕੇ ਆਨੰਦ ਵਿੱਚ ਹੋ ਗਿਆ, ਸੁਖੀ ਹੋ ਗਿਆ, ਭਜਨ ਪਿਆ। ਔਰ ਦੁਨੀ ਚੰਦ ਕੁਝ ਸਮੇਂ ਵਿੱਚ ਹੀ ਨਿਹਾਲ ਹੋ ਗਿਆ। ਇਹਨੂੰ ਕਹਿੰਦੇ ਨੇ ਨਾਨਕ ਨਦਰੀ ਨਦਰ ਨਿਹਾਲ ਹੋ ਗਿਆ। ਭਾਈ ਗਲਤਾ ਨਹਾਲ ਨਿਹਾਲ ਨਿਹਾਲ ਨਿਹਾਲ। ਭਾਈ ਗਲਤਾਨ ਹਾਲ ਨਿਹਾਲ 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 ਹੋ ਗਿਆ ਦੁਨੀ। ਗੁਰੂ ਸਾਹਿਬ ਜੀ ਨੇ ਦਇਆ ਕੀਤੀ। ਲਾਹੌਰ ਸ਼ਹਿਰ ਦੇ ਵਿੱਚ ਅਨੇਕ ਔਰ ਗਰੀਬ ਨਵਾਜ ਸਾਹਿਬ ਜੀ ਇੱਥੋਂ ਲੈ ਸਿਮਰਤ ਸੁਧ ਕੀਨੀ ਕੀ। ਉਧਰ ਬੇਬੇ ਕਾਨਪੁਰ ਸਾਹਿਬ ਉਹਨੇ ਚੇਤਾ ਬੇਬੇ ਯਾਦ ਕੀਤਾ ਗਰੀਬ ਨਵਾਜ ਸਾਹਿਬ। ਮਰਦਾਨੇ ਸੋ ਗਿਰਾ ਅਲਾਈ। ਮਰਦਾਨੇ ਨੂੰ ਸਤਿਗੁਰੂ ਜੀ ਕਹਿਣ ਲੱਗੇ ਕਿਉ ਯਾਦ ਭਗਨੀ ਮੁਝ ਤਾਈ। ਮਹਾਰਾਜ ਜੀ ਕਹਿੰਦੇ ਮਰਦਾਨੇ ਇਹਨੇ ਯਾਦ ਕੀਤਾ। ਬੇਬੇ ਨਾਲ ਜਦੋਂ ਬੇਬੇ ਜੀ ਯਾਦ ਕਰੋਗੇ ਜਿੱਥੇ ਵੀ ਹੋਵਾਂਗੇ ਝੱਟ ਤੁਹਾਡੇ ਕੋਲ ਆਵਾਂਗੇ। ਤੋ ਬੇਬੇ ਨਾਨਕੀ ਜੀ ਨੇ ਯਾਦ ਕੀਤਾ ਹੈ। ਸੁਲਤਾਨਪੁਰੇ ਚੱਲ ਮਰਦਾਨਿਆਂ ਚੱਲੀਏ ਸੁਲਤਾਨਪੁਰ ਸਾਹਿਬ ਤੇ ਬੇਬੇ ਦੀ ਖਬਰ ਲਈ। ਕੀ ਕਰੀ ਜੈ। ਔਰ ਬੇਬੇ ਜੀ ਲਈਏ ਨੇ ਬੇਬੇ ਨਾਨਕ ਪਰਮੇਸ਼ਰ ਦੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਉਹਨਾਂ ਦੀ ਚੱਲ ਕੇ ਖੁਸ਼ੀ ਲਈਏ। ਸਤਿ
ਚੱਲ ਕੇ ਅਨਪੁਰ ਰਹੇ ਨੇ ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨ ਆਵਾਜ਼ ਸਤਿਗੁਰਾਂ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ ਬੇਨਤੀ ਹੈ, ਰਤਨ ਜਥੇਦਾਰ ਗੁਰਚਰਨ ਸਿੰਘ ਜੀ ਟੌੜ ਉਹਨਾਂ ਦੀ ਸਾਲਾਨਾ ਬਰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 9 ਤੋਂ ਵਜੇ ਤੱਕ ਮਨਾਈ ਜਾ ਰਹੀ ਹੈ, ਜਿਸ ਵਿੱਚ ਭਾਈ ਸ਼ੌਕੀਨ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸਦਰ ਸਾਹਿਬ ਉਹ ਕੀਰਤਨ ਦੀ ਹਾਜ਼ਰੀ ਭਰਨਗੇ ਔਰ ਸਿੰਘ ਸਾਹਿਬ ਜੀ ਹੈਡ ਗ੍ਰੰਥੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਉਹ ਹਾਜ਼ਰੀ ਭਰਨਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਗੁਰਮਤਿ ਸਮਾਗਮ ਹਨ, ਨਿਰੋਲ ਕੋਈ ਰਾਜਨੀਤਿਕ ਨਹੀਂ। ਇਹਨਾਂ ਸਮਾਗਮਾਂ ਵਿੱਚ ਆਪ ਜੀ ਹਾਜ਼ਰੀਆਂ ਭਰੋ ਔਰ ਸਤਿਗੁਰਾਂ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰੋ, ਗੁਰੂ ਖੁਸ਼ੀਆਂ ਪ੍ਰਾਪਤ। ਬੇਨਤੀ ਆਪ ਸਮੂਹ ਸੰਗਤ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ 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 ਵਾਹਿਗੁਰੂ